ਗੁਰੂ ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਸ ਸੰਸਾਰ ਦੇ ਵਿੱਚ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਹੈ, ਉਹਨੂੰ ਗੁਰਬਾਣੀ ਗੁਰੂ ਵਿੱਚ ਮਨਮੁਖ ਕਹਿੰਦੇ। ਮਨਮੁਖ ਹੈ ਜਿਹੜਾ, ਉਹ ਆਪਦੀ ਮੱਤ ਨਹੀਂ ਛੱਡਦਾ, ਆਪਦੀ ਸਿਆਣਪ ਨਹੀਂ ਛੱਡਦਾ। ਮਹਾਰਾਜ ਉਹਦੇ ਵਾਸਤੇ ਫਿਰ ਉਦਾਹਰਨਾਂ ਦਿੰਦੇ ਵੀ ਜਿਵੇਂ ਨਿੰਮ ਹੈ, ਨਿੰਮ ਨੂੰ ਜਿੰਨਾ ਮਰਜ਼ੀ ਮਿੱਠਾ ਪਾਈ ਚੱਲੋ, ਉਹਦਾ ਜਿਹੜਾ ਸੁਭਾਅ ਉਹ ਕੜੱਤਣ ਵਾਲਾ ਹੀ, ਉਹਦਾ ਸੁਭਾਅ ਕੌੜਾ ਹੈ। ਹੁਣ ਉਹੋ ਵਾਸਤਾ ਸਤਿਗੁਰੂ ਕਹਿੰਦੇ ਵੀ ਮਨਮੁਖ ਜੀਵ ਦੀ, ਬਈ ਉਹਨੂੰ ਜਿੰਨਾ ਮਰਜ਼ੀ ਸੁਣਾਈ ਚੱਲੋ, ਉਹ ਫਿੱਕਾ ਬੋਲਣਾ ਛੱਡਦਾ ਹੀ ਨਹੀਂ, ਨਿੰਦਿਆ ਚੁਗਲੀ ਛੱਡਦਾ ਹੀ ਨਹੀਂ, ਹਉਮੈ ਹੰਕਾਰ ਛੱਡਦਾ ਹੀ ਨਹੀਂ। ਫਿਰ ਉਹਦੇ ਵਾਸਤੇ ਸਤਿਗੁਰੂ ਕਹਿੰਦੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹੋ ਕਬੀਰ ਰੂਹਾਂ ਕੋ ਸਹਿਜ ਨਾ ਜਾਈ। ਬਈ ਨਿੰਮ ਨੂੰ ਅੰਮ੍ਰਿਤ ਪਾ ਪਾ ਕੇ ਸਿੰਜਿਆ ਬਹੁਤ, ਪਰ ਉਹਦਾ ਸੁਭਾਅ ਜਿਹੜਾ ਉਹ ਕੜੱਤਣ ਵਾਲਾ ਹੀ ਰਿਹਾ। ਹੁਣ ਉਹੀਓ ਹਾਲਤ ਸਤਿਗੁਰੂ ਕਹਿੰਦੇ ਵੀ ਮਨਮੁਖ ਦੀ, ਬਈ ਉਹ ਪੱਥਰ ਦੇ ਨਿਆਈ ਹੈ। ਜਿਵੇਂ ਪੱਥਰ ਨੂੰ ਜਿੰਨਾ ਸਮਾਂ ਮਰਜ਼ੀ ਪਾਣੀ ਦੇ ਵਿੱਚ ਰੱਖੀ ਰੱਖੋ, ਜਦੋਂ ਉਹਨੂੰ ਬਾਹਰ ਕੱਢੀਓ ਫਿਰ ਸੁੱਕੇ ਦਾ ਸੁੱਕਾ ਹੀ। ਜਿਹੜਾ ਉਹਦਾ ਅੰਦਰ ਹੈ ਉਹਦਾ ਅੰਦਰ ਨਹੀਂ ਭਿੱਜਦਾ, ਅੰਦਰੋਂ ਸੁੱਕੇ ਦਾ ਸੁੱਕਾ ਹੀ ਰਹਿੰਦਾ। ਹੁਣ ਉਹ ਹਾਲਤ ਸਤਿਗੁਰੂ ਕਹਿੰਦੇ ਵੀ ਮਨਮੁਖ ਦੀ,
ਵੀ ਉਹਦਾ ਅੰਦਰ ਨਹੀਂ ਭਿੱਜਦਾ, ਅੰਦਰੋਂ ਮੰਨਦਾ ਹੀ ਨਹੀਂ, ਉਹ ਆਪਦੀ ਮੱਤ ਛੱਡਦਾ ਹੀ ਨਹੀਂ। ਸਤਿਗੁਰੂ ਫਰਮਾਉਂਦੇ ਮਨਮੁਖ ਪੱਥਰ ਸੈਲ ਹੈ, ਤ੍ਰੈਗ ਜੀਵਨ ਫੀਕਾ, ਜਲ ਮੈਂ ਕੀਤਾ ਰਾਖੀਏ ਅਵੰਤਰ ਸੁੱਖ। ਵੀ ਮਨਮੁਖ ਸੈਲ ਪੱਥਰ ਵਰਗ, ਵੀ ਜਿੰਨਾ ਮਰਜ਼ੀ ਸਮਾਂ ਪਾਣੀ 'ਚ ਡੋਬੀ ਰੱਖੋ, ਜਦੋਂ ਬਾਹਰ ਕੱਢੀਏ ਫਿਰ ਸੁੱਕੇ ਦਾ ਸੁੱਕਾ ਹੀ। ਹੁਣ ਇਸ ਕਰਕੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਬਈ ਅਸੀਂ ਆਪਦੀ ਮੱਤ ਛੱਡਣੀ ਹੁੰਦੀ, ਗੁਰੂ ਦੀ ਮੱਤ ਲਵਾਂਗੇ ਤੇ ਸਾਡਾ ਅੰਦਰ ਭਿੱਜ ਜੇਗਾ, ਸਾਡਾ ਸੁਭਾਅ ਬਦਲ ਜੇਗਾ। ਜੇ ਹੁਣ ਅਸੀਂ ਆਪਦੀ ਮੱਤ ਹੀ ਵਰਤਦੇ ਰਹੇ, ਸਾਡਾ ਸੁਭਾਅ ਨਹੀਂ ਬਦਲਦਾ। ਜੇ ਹੁਣ ਅਸੀਂ ਦੁੱਧ ਵੈਰ ਵਿਰੋਧ ਛੱਡਾਂਗੇ ਨਹੀਂ, ਈਰਖਾ ਨਫ਼ਰਤ ਛੱਡਾਂਗੇ ਨਹੀਂ, ਫਿਰ ਮਹਾਰਾਜ ਕਹਿੰਦੇ ਵੀ ਸੱਚੇ ਸਤਿਗੁਰ ਨੂੰ ਕੋਈ ਦੋਸ਼ ਨਹੀਂ ਹੈ। ਅਸੀਂ ਆਖੀਏ ਵੀ ਸਾਨੂੰ ਇੰਨਾ ਸਮਾਂ ਹੋ ਗਿਆ ਸਿਮਰਨ ਕਰਦਿਆਂ ਨੂੰ, ਸੰਗਤ ਕਰਦਿਆਂ ਨੂੰ, ਸਾਡੀ ਕੋਈ ਅਵਸਥਾ ਨਹੀਂ ਬਣੀ। ਹੁਣ ਮਹਾਰਾਜ ਕਹਿੰਦੇ ਵੀ ਅਵਸਥਾ ਤਾਂ ਬਣੇਗੀ ਜੇ ਅਸੀਂ ਆਪਦੀ ਮੱਤ ਛੱਡਾਂਗੇ। ਜੇ ਹੁਣ ਅਸੀਂ ਗੁਰੂ ਦਾ ਕਹਿਣਾ ਹੀ ਨਹੀਂ ਮੰਨਾਂਗੇ, ਫਿਰ ਉਹ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ ਜਦੋਂ ਸਿੱਖਾਂ ਨੇ ਆਖੇ ਹੀ ਨਾ ਲੱਗਣਾ ਹੋਏ। ਮਹਾਰਾਜ ਫਰਮਾਉਂਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੀ ਚੂਕ, ਆਂਦੇ ਏਕ ਨਾ ਲਗਈ, ਜਿਉਂ ਬਾਂਸ ਵਜਾਈਏ ਫੂਕ। ਫਿਰ ਸੱਚੇ ਸਤਿਗੁਰ ਨੂੰ ਕੋਈ ਦੋਸ਼ ਨਹੀਂ ਹੈ, ਗੁਰੂ ਨੂੰ ਕੋਈ ਦੋਸ਼ ਨਹੀਂ ਹੈ ਜੇ ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ। ਫਿਰ ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ, ਵੀ ਰੋਜ਼ ਸਾਨੂੰ ਸਿੱਖਿਆ ਦਿੰਦੇ, ਰੋਜ਼ ਸਾਨੂੰ ਸਮਝਾਉਂਦੇ। ਜੇ ਹੁਣ ਅਸੀਂ ਆਖੇ ਨਾ ਲੱਗੀਏ, ਕਹਿਣਾ ਨਾ ਮੰਨੀਏ, ਤੇ ਫਿਰ ਇਹਦੇ ਵਿੱਚ ਸਤਿਗੁਰੂ ਨੂੰ ਕੋਈ ਦੋਸ਼ ਨਹੀਂ ਹੈ। ਬਈ ਜਿਵੇਂ ਅੰਦਰੋਂ ਬਾਂਸ ਖਾਲੀ, ਵੀ ਇੱਕ ਪਾਸੇ ਸੁਣਿਆ ਦੂਜੇ ਪਾਸੇ ਕੱਢ ਦਿੱਤਾ, ਉਹਦੇ ਉੱਤੇ ਅਮਲ ਨਹੀਂ ਕੀਤਾ, ਉਹਨੂੰ ਮੰਨਿਆ ਨਹੀਂ, ਉਹਨੂੰ ਕਮਾਇਆ ਨਹੀਂ। ਫਿਰ ਕਹਿੰਦੇ ਵੀ ਜਿਵੇਂ ਅੰਦਰੋਂ ਬਾਂਸ ਖਾਲੀ ਦਾ ਖਾਲੀ। ਹੁਣ ਇਸੇ ਤਰ੍ਹਾਂ ਹੀ ਫਿਰ ਸਾਨੂੰ ਸਮਝਾਉਂਦੇ, ਸਾਡੇ ਮਨ ਨੂੰ ਸਮਝਾਉਂਦੇ ਬਈ ਇਹ ਐਡਾ ਮੂਰਖ ਬਣਿਆ ਵੀ ਇਹਨੂੰ ਰੋਜ਼ ਸਮਝਾਉਂਦੇ, ਰੋਜ਼ ਸਿੱਖਿਆ ਦਿੰਦੇ, ਫਿਰ ਨਹੀਂ ਸਮਝਦੇ। ਮਨ ਮੂਰਖ ਅਜੂ ਨਾ ਸਮਝਤ, ਸਿੱਖਦੇ ਹਾਰਿਓ ਨੀਤ। ਸਤਿਗੁਰੂ ਕਹਿੰਦੇ ਵੀ ਇਹਨੂੰ ਨਿੱਤ ਸਿੱਖਿਆ ਦਿੰਦੇ ਆ, ਫਿਰ ਵੀ ਆਪਦੀ ਮੱਤ ਨਹੀਂ ਛੱਡਦਾ, ਆਪਦੀ ਸਿਆਣਪ ਛੱਡਦਾ ਹੀ ਨਹੀਂ। ਇਸ ਕਰਕੇ ਫਿਰ ਕਹਿੰਦੇ ਬਈ ਫਿਰ ਗੁਰੂ ਨੂੰ ਕੋਈ ਦੋਸ਼ ਨਹੀਂ ਹੈ ਇਹਦੇ ਵਿੱਚ। ਜਿਵੇਂ ਵੀ ਜੀਵ ਡਾਕਟਰ ਪਾਸ ਜਾਂਦਾ ਹੈ, ਡਾਕਟਰ ਨੇ ਦਵਾਈ ਦੇਣੀ ਤੇ ਉਹਨੇ ਪਰਹੇਜ਼ ਦੱਸ ਬਈ ਤੁਸੀਂ ਆਹ ਦਵਾਈ ਸਮੇਂ ਸਿਰ ਲੈਣੀ ਹੈ ਤੇ ਨਾਲ ਆਹ ਪਰਹੇਜ਼ ਰੱਖਣਾ। ਜੇ ਹੁਣ ਅਸੀਂ ਪਰਹੇਜ਼ ਹੀ ਨਾ ਰੱਖੀਏ ਤੇ ਆਖੀਏ ਵੀ ਡਾਕਟਰ ਮਾੜਾ ਜੀ, ਬਈ ਇਹ ਤਾਂ ਦਵਾਈ ਨਹੀਂ ਵਧੀਆ ਦਿੰਦਾ ਜੀ, ਇਹਨੂੰ ਤਾਂ ਪਤਾ ਹੀ ਨਹੀਂ ਕੁਛ। ਹੁਣ ਉਹਦੇ ਵਿੱਚ ਡਾਕਟਰ ਦਾ ਕੋਈ ਦੋਸ਼ ਨਹੀਂ ਹੈ, ਦੋਸ਼ ਮਰੀਜ਼ ਦਾ ਹੈ ਵੀ ਜਿਹੜਾ ਉਹ ਡਾਕਟਰ ਦੇ ਦੱਸੇ ਹੋਏ ਪਰਹੇਜ਼ ਨਹੀਂ ਰੱਖਦਾ ਤੇ ਦਵਾਈ ਸਮੇਂ ਸਿਰ ਨਹੀਂ ਲੈਂਦਾ। ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੀਵ ਜੇ ਜਾਵੇ ਵੈਦ ਪਾਸ ਤੇ ਉਹ ਜੋ ਸੰਜਮ ਦੱਸੇ, ਪਰਹੇਜ਼ ਦੱਸੇ, ਤੇ ਉਹ ਰੱਖੇ ਨਾ, ਤੇ ਫਿਰ ਉਹਦਾ ਇਲਾਜ ਕਿਵੇਂ ਹੋਵੇ, ਉਹਦਾ ਰੋਗ ਕਿਵੇਂ ਠੀਕ ਹੋਵੇ। ਜੇ ਰੋਗ ਨਹੀਂ ਠੀਕ ਹੋਏਗਾ ਤੇ ਉਹ ਸੁਖੀ ਨਹੀਂ ਹੋ ਸਕਦਾ। ਉਹ ਕਿਵੇਂ ਸਹਿਜ ਵਿੱਚ ਜਾਵੇ ਤੇ ਕਿਵੇਂ ਉਹ ਸੁੱਖ ਦੀ ਪ੍ਰਾਪਤੀ ਕਰੇ। ਇਸ ਲਈ ਫਿਰ ਭਾਈ ਗੁਰਦਾਸ ਜੀ ਫਰਮਾਉਂਦੇ, ਉਚਿਤ ਹੈ ਵੈਦ
हाथ औखद न संजम से, कैसे मिटे रोग सुख सहज समाइए। बई वैद नूं जाके पुछीए तो वो दारू दवे तो संजम दसे भी आ परहेज रखने तो वो रखे ना, ਉਹਦਾ ਰੋਗ ਕਿਵੇਂ ਠੀਕ ਹੋਵੇ। ਫਿਰ ਹੁਣ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਮਾਰਗ ਪੁੱਛ ਕੇ ਫਿਰ ਅਸੀਂ ਇਹ ਮਾਰਗ ਦੇ ਉੱਤੇ ਚੱਲਣਾ ਹੁੰਦਾ। ਜੇ ਹੁਣ ਅਸੀਂ ਮਾਰਗ ਪੁੱਛ ਕੇ ਇਹਦੇ 'ਤੇ ਚੱਲਾਂਗੇ ਨਹੀਂ, ਸਿਮਰਨ ਕਰਾਂਗੇ ਨਹੀਂ, ਜੋ ਸਾਨੂੰ ਪਰਹੇਜ਼ ਦੱਸਦੇ ਉਹ ਪਰਹੇਜ਼ ਰੱਖਾਂਗੇ ਨਹੀਂ, ਫਿਰ ਅਸੀਂ ਆਪਦੇ ਦੇਸ਼ ਗੱਲਾਂ ਬਾਤਾਂ ਨਾਲ ਨਹੀਂ ਜਾ ਸਕਦੇ। ਜੋ ਸਾਡਾ ਦੇਸ਼ ਪਰਲੋਕ ਹੈ, ਸਾਡੇ ਮਾਤਾ ਪਿਤਾ ਦਾ ਘਰ, ਉੱਥੇ ਅਸੀਂ ਨਿਰੀਆਂ ਗੱਲਾਂ ਕਰਕੇ ਨਹੀਂ ਜਾ ਸਕਦੇ। ਉੱਥੇ ਜਾਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ ਅਤੇ ਗੁਰੂ ਦੀ ਮੱਤ ਲੈਣੀ ਪੈਣੀ। ਇਸ ਲਈ ਫਿਰ ਆਪਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਪੂਛਤ ਹੈ ਪਾਥਕ, ਬਈ ਜੇ ਅਸੀਂ ਪੰਥ ਪੁੱਛ ਕੇ ਵੀ ਉਹਦੇ 'ਤੇ ਚੱਲੀਏ ਨਾ, ਪੂਛਤ ਹੈ ਪਾਥਕ ਧਰੇ ਪਾਗਨ ਸੰਜਮ ਸੇ, ਬਈ ਉਹ ਜੇ ਅਸੀਂ ਰਸਤਾ ਪੁੱਛੀਏ ਅਤੇ ਉਹਦੇ 'ਤੇ ਅਸੀਂ ਮਾਰਗ 'ਤੇ ਚੱਲੀਏ ਨਾ, ਅਤੇ ਫਿਰ ਅਸੀਂ ਕਿਵੇਂ ਦੇਸ਼ ਜਾਈਏ। ਪ੍ਰੀਤਮ ਕੇ ਦੇਸ਼ ਐਸੇ ਬਾਤਨ ਸੇ ਜਾਈਏ, ਬਈ ਅਸੀਂ ਫਿਰ ਮਾਲਕ ਦੇ ਘਰ ਆਪਦੇ ਦੇਸ਼ ਗੱਲਾਂ ਨਾਲ ਨਹੀਂ ਜਾ ਸਕਦੇ। ਬਈ ਉਹਦੇ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ, ਉਹਦੇ ਵਾਸਤੇ ਸਾਨੂੰ ਭਗਤੀ ਕਰਨੀ ਪੈਣੀ, ਉਹਦੇ ਵਾਸਤੇ ਸਾਨੂੰ ਗੁਰੂ ਦਾ ਬਚਨ ਮੰਨਣਾ ਪੈਣਾ, ਸਾਨੂੰ ਕਮਾਉਣਾ ਪੈਣਾ। ਹੁਣ ਜੇ ਸਾਨੂੰ ਕਹਿ ਰਹੇ ਸਾਡੇ ਭਲੇ ਵਾਸਤੇ ਕਹਿ ਰਹੇ ਵੀ ਜੇ ਆਪਾਂ ਨੂੰ ਕਹਿੰਦੇ ਕਿਸੇ ਨਾਲ ਦੁਬਦਾ ਨਾ ਕਰੋ, ਉਹਦੇ ਵਿੱਚ ਸਾਡਾ ਹੀ ਭਲਾ ਹੋਣਾ। ਸਾਨੂੰ ਕਹਿੰਦੇ ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਨਿੰਦਿਆ ਨਾ ਸੁਣੋ, ਹੁਣ ਉਹਦੇ ਵਿੱਚ ਸਾਡਾ ਹੀ ਭਲਾ ਹੋਣਾ, ਸਾਡੇ ਭਲੇ ਵਾਸਤੇ ਕਹਿੰਦੇ। ਜੇ ਹੁਣ ਅਸੀਂ ਕਹਿਣਾ ਨਹੀਂ ਮੰਨਦੇ ਅਤੇ ਫਿਰ ਅਸੀਂ ਤਾਂ ਕਰਕੇ ਸਹਿਜ ਵਿੱਚ ਨਹੀਂ ਜਾਂਦੇ, ਅਸੀਂ ਆਪਦੇ ਘਰ ਨਹੀਂ ਜਾਂਦੇ। ਮਹਾਰਾਜ ਕਹਿੰਦੇ ਵੀ ਜੇ ਫਿਰ ਤੁਸੀਂ ਆਪਦੇ ਘਰ ਗਏ ਨਹੀਂ, ਫਿਰ ਤੁਸੀਂ ਕੀ ਪੜ੍ਹਦੇ ਹੋ, ਕੀ ਤੁਸੀਂ ਗਾਉਂਦੇ ਹੋ ਅਤੇ ਕੀ ਸੁਣਦੇ ਹੋ। ਮਹਾਰਾਜ ਫਰਮਾਉਂਦੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਈ ਗੱਲ ਆ ਪੜ੍ਹਨਾ ਜਾਂ ਗਾਉਣਾ ਕੀ ਹੋ ਗਿਆ ਜੇ ਤੁਸੀਂ ਆਪਦੇ ਘਰ ਹੀ ਨਹੀਂ ਗਏ। ਮੇਨ ਮਕਸਦ ਤਾਂ ਸਾਡਾ ਇਹੀ ਆ ਨਾ, ਇਹ ਸਾਰਾ ਕੁਛ ਜਿਹੜਾ ਆਪਾਂ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੰਗਤ ਕਰਦੇ ਹਾਂ, ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਾਰਾ ਕੁਝ ਕਰਨ ਦਾ ਮਕਸਦ ਇਹ ਵੀ ਅਸੀਂ ਆਪਦੇ ਘਰ ਜਾਈਏ। ਸਾਡਾ ਜਿਹੜਾ ਮਨ ਹੈ ਇਹ ਸਹਿਜ ਵਿੱਚ ਜਾਵੇ, ਸਹਿਜ ਵਿੱਚ ਜਾ ਕੇ ਮਾਲਕ ਦੇ ਨਾਲ ਮਿਲਾਪ ਕਰੇ, ਆਪਦੇ ਘਰ ਵਿੱਚ ਬੈਠੇ। ਹੁਣ ਇਹ ਸਾਰਾ ਕੁਝ ਸਾਡੀ ਸੁਰਤੀ ਦਾ ਸ਼ਿੰਗਾਰ ਹੈ। ਜਿਵੇਂ ਜੀਵ ਇਸਤਰੀ ਆਪਦੇ ਪਤੀ ਨੂੰ ਖੁਸ਼ ਕਰਨ ਵਾਸਤੇ ਉਹ ਹਾਰ ਸ਼ਿੰਗਾਰ ਕਰਦੀ, ਹੁਣ ਇਸੇ ਤਰ੍ਹਾਂ ਹੀ ਇਹ ਸਾਡੀ ਸੁਰਤੀ ਦਾ ਸ਼ਿੰਗਾਰ। ਸਿਮਰਨ ਕਰਨਾ, ਸੰਗਤ ਕਰਨੀ, ਗੁਰਬਾਣੀ ਗੁਰੂ ਨੂੰ ਪੜ੍ਹਨਾ, ਵਿਚਾਰਨਾ, ਇਹ ਸਾਰਾ ਕੁਛ ਇਸ ਵਾਸਤੇ ਵੀ ਸਾਡਾ ਪਤੀ ਪਰਮੇਸ਼ਰ ਸਾਡੇ 'ਤੇ ਖੁਸ਼ ਹੋ ਜਾਵੇ। ਜੇ ਹੁਣ ਉਹਦੇ ਨਾਲ ਸਾਡਾ ਮਿਲਾਪ ਹੀ ਨਹੀਂ ਹੋਇਆ, ਅਸੀਂ ਘਰ ਹੀ ਨਹੀਂ ਗਏ, ਫਿਰ ਉਹ ਕਹਿੰਦੇ ਵੀ ਸਾਡਾ ਕੀਤਾ ਹੋਇਆ ਹਾਰ ਸ਼ਿੰਗਾਰ ਉਹਦਾ ਵਿਅਰਥ ਹੀ ਚੱਲਾ ਗਿਆ। ਮਹਾਰਾਜ ਕਹਿੰਦੇ ਜੇਕਰ ਆਵੇ ਕੰਤ ਤਾਂ ਸਭ ਕੁਛ ਪਾਈਏ, ਹਰਿਆ ਕੰਤੇ ਬਾਝ ਸ਼ਿੰਗਾਰ ਸਭ ਬਿਰਥਾ ਜਾਈਏ। ਬਈ ਜੇ ਤਾਂ ਸਾਡੇ ਘਰ ਵਿੱਚ ਕੰਤ ਆ ਗਿਆ, ਪਤੀ ਆ ਗਿਆ, ਫਿਰ ਤਾਂ ਸਾਡਾ ਸਾਰਾ ਕੁਛ ਹੀ ਕੀਤਾ ਹੋਇਆ ਸਫਲ ਹੋ ਗਿਆ।
ਜੇ ਹੁਣ ਉਹ ਘਰ ਆਇਆ ਹੀ ਨਹੀਂ ਤੇ ਫਿਰ ਉਹ ਕਹਿੰਦੇ ਕੀਤਾ ਹੋਇਆ ਸ਼ਿੰਗਾਰ ਸਭ ਵਿਅਰਥ ਹੀ ਚੱਲਾ ਗਿਆ। ਕਿਉਂਕਿ ਜਿਹਦੇ ਵਾਸਤੇ ਹਾਰ ਸ਼ਿੰਗਾਰ ਕੀਤਾ ਉਹ ਤਾਂ ਘਰ ਵਿੱਚ ਆਇਆ ਹੀ ਨਹੀਂ, ਉਹ ਤਾਂ ਸਾਡੇ ਹਿਰਦੇ 'ਚ ਪ੍ਰਗਟ ਹੀ ਨਾ ਹੋਏ। ਤੇ ਫਿਰ ਅਸੀਂ ਕਾਹਦੇ ਵਾਸਤੇ ਕਰਦੇ ਰਹੇ? ਲੋਕਾਂ ਨੂੰ ਦਿਖਾਉਣ ਵਾਸਤੇ। ਇਹ ਜੋ ਆਪਾਂ ਕਰਦੇ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ, ਕਿਸੇ ਨੂੰ ਬਈ ਅਸੀਂ ਸਿਮਰਨ ਕਰਦੇ ਹਾਂ ਜੀ, ਅਸੀਂ ਸੰਗਤ ਕਰਦੇ, ਇਹ ਆਪਦੇ ਵਾਸਤੇ ਬਈ ਤਾਂ ਕਿ ਸਾਡਾ ਮਨ ਸਹਿਜ ਵਿੱਚ ਜਾਵੇ। ਆਪਾਂ ਇੱਥੇ ਕੋਈ ਲੋਕਾਂ ਦੀ ਵਾਹ ਨਹੀਂ ਖੱਟਣੀ ਬਈ ਇਹ ਬੜਾ ਸਿਮਰਨ ਕਰਦੇ ਨੇ ਜੀ, ਇਹ ਬੜੇ ਗੁਰਮੁਖ ਨੇ ਜੀ। ਹੁਣ ਜੇ ਅਸੀਂ ਮਾਲਕ ਪਰਮਾਤਮਾ ਜਿਹਦੇ ਵਾਸਤੇ ਕਰ ਰਹੇ, ਜੇ ਅਸੀਂ ਉਹਦੀ ਨਜ਼ਰ ਹੇਠ ਹੀ ਨਹੀਂ ਆਏ ਤੇ ਫਿਰ ਲੋਕਾਂ ਦੇ ਕਹਿਣ ਦੇ ਨਾਲ ਕੁਝ ਨਹੀਂ ਬਣਦਾ। ਜਿਵੇਂ ਜੀਵ ਜਾਂਦੇ ਤੀਰਥਾਂ 'ਤੇ ਜਾਂਦੇ, ਉਸੇ ਜਾ ਕੇ ਇਸ਼ਨਾਨ ਕਰਕੇ ਆਉਂਦੇ, ਫਿਰ ਆ ਕੇ ਦੱਸਦੇ ਵੀ ਅਸੀਂ ਫਲਾਣੀ ਥਾਂ 'ਤੇ ਗਏ ਸੀ, ਯਾਤਰਾ ਕਰਕੇ ਆਏ। ਤੇ ਜੀਵ ਆਖਣ ਵੀ ਇਹ ਤਾਂ ਬੜੇ ਜੀ ਸ਼ਰਧਾਲੂ ਨੇ, ਤਾਂ ਬੜੀਆਂ ਯਾਤਰਾ ਕਰਦੇ ਨੇ ਜੀ। ਮਹਾਰਾਜ ਕਹਿੰਦੇ ਵੀ ਲੋਕਾਂ ਦੇ ਪਤੀਣ ਦੇ ਨਾਲ ਮਾਲਕ ਨਹੀਂ ਪਤੀਜਿਤ। ਲੋਕ ਪਤੀਣੇ ਕਿਛੂ ਨਾ ਹੋਵੇ, ਨਾ ਹੀ ਰਾਮ ਆਣਾ। ਬਈ ਜੋ ਰਾਮ ਵਾਹਿਗੁਰੂ ਉਹ ਕੋਈ ਅਣਜਾਣ ਨਹੀਂ ਹੈ, ਉਹ ਸਾਡੇ ਅੰਦਰ ਦੀ ਜਾਣਤ। ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਵੀ ਅਸੀਂ ਬਹੁਤ ਚੰਗੇ ਹਾਂ ਜੀ, ਬਈ ਅਸੀਂ ਬਹੁਤ ਕੁਛ ਕਰਦੇ ਹਾਂ ਜੀ। ਉਹ ਤਾਂ ਅੰਤਰਜਾਮੀ ਬਿਨਾਂ ਬੋਲਿਆਂ ਤੋਂ ਹੀ ਜਾਣਤ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬਈ ਉਹ ਸਾਡੇ ਅੰਦਰ ਦੀ ਹਾਲਤ ਜਾਣਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਮਾਲਕ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ, ਬਈ ਉਹਦੇ ਨਾਲ ਮਿਲਾਪ ਕਰਨ ਵਾਸਤੇ ਅਸੀਂ ਇਹ ਸਾਰਾ ਕੁਛ ਕਰਦੇ ਵੀ, ਤਾਂ ਕਿ ਅਸੀਂ ਮਾਲਕ ਦੀ ਨਜ਼ਰ ਹੇਠ ਆ ਜਾਈਏ, ਤਾਂ ਕਿ ਸਾਡਾ ਮਾਲਕ ਦੇ ਨਾਲ ਪਿਆਰ ਪੈ ਜੇ, ਉਹਦੇ ਨਾਲ ਪ੍ਰੀਤ ਪੈ ਜੇ, ਪ੍ਰੇਮਾ ਭਗਤੀ ਸਾਡੇ ਹਿਰਦੇ ਵਿੱਚ ਪ੍ਰਗਟ ਹੋ ਜੇ। ਉਹਦੇ ਵਾਸਤੇ ਫਿਰ ਇਹ ਆਪਾਂ ਕਰਦੇ ਹਾਂ ਵੀ ਸਾਡਾ ਜਿਹੜਾ ਹਿਰਦਾ ਇਹਦੇ ਅੰਦਰ ਪਿਆਰ ਹੀ ਪਿਆਰ ਭਰ ਜਾਵੇ। ਉਹ ਤਾਂ ਹੀ ਹੋ ਸਕਦਾ ਜੇ ਹੁਣ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਸਿਮਰਨ ਕਰਾਂਗੇ, ਉਹਦੇ ਨਾਲ ਨਾਲ ਮਾਲਕ ਨੂੰ ਇਹ ਬੇਨਤੀਆਂ ਜੋਦੜੀਆਂ ਅਰਦਾਸਾਂ ਵੀ, ਤਾਂ ਕਿ ਉਹ ਸਾਡੇ 'ਤੇ ਕਿਰਪਾ ਕਰੇ ਅਤੇ ਸਾਡੀ ਪ੍ਰੀਤ ਮਾਲਕ ਦੇ ਨਾਲ ਪੈ ਜਾਵੇ, ਸਾਡਾ ਪਿਆਰ ਪੈ ਜੇ ਉਹਦੇ ਨਾਲ। ਹੁਣ ਮਾਲਕ ਦੇ ਨਾਲ ਜਿਹੜੀ ਪ੍ਰੀਤ, ਉਹਦੇ ਨਾਲ ਜਿਹੜਾ ਪਿਆਰ ਹੈ, ਇਹ ਕੋਈ ਸੰਸਾਰੀ ਸਵਾਰਥ ਦੀ, ਕੋਈ ਸੰਸਾਰ ਦਾ ਅਸੀਂ ਆਖੀਏ ਵੀ ਧਨ ਦੌਲਤ ਦੇ ਕੇ, ਜਾਂ ਕੋਈ ਸੰਸਾਰ ਦੇ ਪਦਾਰਥ ਦੇ ਕੇ ਵੀ ਸਾਡੀ ਉਹਦੇ ਨਾਲ ਪ੍ਰੀਤ ਪੈ ਜੇ, ਨਹੀਂ ਪੈਂਦੀ। ਕਿਉਂਕਿ ਇਹ ਜਿਹੜਾ ਪਿਆਰ ਦਾ ਕੋਈ ਮੁੱਲ, ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਉਹਦੇ ਵਾਸਤੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਵਣ ਦੇ ਅੰਦਰ ਇੱਕ ਗੁਣ ਸੀ, ਉਹ ਗੁਣ ਦੱਸਿਆ ਬਈ ਰਾਵਣ ਜਦੋਂ ਭਗਤੀ ਕਰਦਾ ਸੀ ਸ਼ਿਵ ਜੀ ਦੀ, ਉਹਨੂੰ ਖੁਸ਼ ਕਰਨ ਵਾਸਤੇ, ਪ੍ਰਸੰਨ ਕਰਨ ਵਾਸਤੇ ਉਹ ਆਪਦਾ ਸੀਸ ਵੱਢ ਕੇ ਉਹਨੂੰ ਭੇਟਾ ਕਰ ਦਿੰਦਾ ਸੀ ਪਿਆਰ ਦੇ ਵਿੱਚ। ਹੁਣ ਮਹਾਰਾਜ ਕਹਿੰਦੇ ਵੀ ਜੇ ਪਿਆਰ ਦੀ ਕੋਈ ਸੰਸਾਰੀ ਕੀਮਤ ਹੁੰਦੀ ਵੀ ਉਹ ਰਾਵਣ, ਉਹ ਰਾਜਾ ਸੀ, ਕੋਈ ਰੰਕ, ਕੋਈ ਭਿਖਾਰੀ ਨਹੀਂ ਸੀ। ਬਈ ਜੇ ਇਸੇ ਤਰ੍ਹਾਂ ਹੀ ਪ੍ਰਸੰਨ ਹੁੰਦੇ ਤੇ ਉਹ ਸੰਸਾਰੀ ਕੋਈ ਧਨ ਦੌਲਤ ਦੇ ਕੇ ਉਹਨਾਂ ਨੂੰ ਪ੍ਰਸੰਨ ਕਰ ਦਿੰਦੇ। ਉਹਦੀ ਸੋਨੇ ਦੀ ਲੰਕਾ ਸੀ, ਉਹ ਸੋਨਾ ਦੇ ਕੇ ਉਹਨੂੰ ਪ੍ਰਸੰਨ ਕਰ ਲੈਂਦਾ, ਪਰ ਨਹੀਂ।
ਉਹਨੇ ਦਿੱਤਾ ਤੇ ਦਿੱਤਾ ਕਿ ਉਹਨੇ ਆਪਦਾ ਸਿਰ ਵੱਢ ਕੇ ਦੇ ਦਿੱਤਾ, ਸੀਸ। ਮਹਾਰਾਜ ਫਿਰ ਇਸ ਲਈ ਆਪਾਂ ਨੂੰ ਫਰਮਾਉਂਦੇ, ਕਹਿੰਦੇ ਸਮਣ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਦਿਨ ਸਿਰ ਦੀਨੇ ਕਾਠ। ਬਈ ਰਾਵਣ ਕੋਈ ਰੰਕ, ਕੋਈ ਭਿਖਾਰੀ ਨਹੀਂ ਸੀ, ਉਹਨੇ ਪਿਆਰ ਦੇ ਵਿੱਚ ਆਪਦਾ ਸੀਸ ਕੱਟ ਕੇ ਭੇਟ ਕੀਤਾ। ਉਹਨੇ ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਵੀ ਜੇ ਅਸੀਂ ਆਖੀਏ ਵੀ ਅਸੀਂ ਰੱਬ ਨੂੰ ਜੀ ਖੁਸ਼ ਕਰ ਲਾਂਗੇ, ਅਸੀਂ ਆ ਸੋਨਾ ਚਾਂਦੀ ਦੇ ਕੇ, ਅਸੀਂ ਆ ਧਨ ਦੌਲਤ ਦੇ ਕੇ, ਜਾਂ ਅਸੀਂ ਆ ਭੂਮ ਧਰਤੀ ਦਾਨ ਕਰਕੇ ਵੀ ਉਹ ਸਾਡੇ 'ਤੇ ਪ੍ਰਸੰਨ ਹੋ ਜਾਏਗਾ। ਸਾਰਾ ਕੁਛ ਉਹਦਾ ਤਾਂ ਹੀ ਹੈਗਾ, ਉਹਦਾ ਅਸੀਂ ਉਹਨੂੰ ਕੀ ਦੇ ਸਕਦੇ। ਜੇ ਅਸੀਂ ਆ ਕੇ ਧਰਤੀ ਦਾਨ ਕਰਾਂਗੇ, ਧਰਤੀ ਬਣਾਈ ਕਿਹਨੇ? ਮਾਲਕ ਨੇ। ਜੇ ਅਸੀਂ ਆਖੀਏ ਇਹਦਾ ਸੋਨਾ ਚਾਂਦੀ ਦਾਨ ਕਰਾਂਗੇ, ਉਹ ਬਣਾਇਆ ਕਿਹਨੇ? ਉੱਥੋਂ ਹੀ ਤਾਂ ਬਣੇ ਆ, ਉਹਦੇ ਵਿੱਚੋਂ ਹੀ। ਹੁਣ ਇਸ ਕਰਕੇ ਉਹਦਾ ਸਾਰਾ ਕੁਛ ਪੈਦਾ ਕੀਤਾ ਹੋਇਆ, ਅਸੀਂ ਉਹਨੂੰ ਕੀ ਦੇ ਸਕਦੇ, ਉਹਨੂੰ ਕੀ ਅਸੀਂ ਅਰਪਣ ਕਰ ਸਕਦੇ। ਮਹਾਰਾਜ ਇਸ ਲਈ ਕਹਿੰਦੇ ਤੇਰਾ ਕੀ ਆ ਤੁਝੇ ਕਿਆ ਅਰਪੂ, ਵੀ ਤੇਰਾ ਤਾਂ ਸਾਰਾ ਕੁਛ ਦਿੱਤਾ ਹੋਇਆ, ਤੇਰਾ ਦਿੱਤਾ ਹੋਇਆ ਅਸੀਂ ਤੈਨੂੰ ਕੀ ਭੇਟਾ ਕਰੀਏ, ਵੀ ਤੈਨੂੰ ਕੀ ਅਸੀਂ ਦੇ ਸਕਦੇ। ਇਹ ਰਾਵਾਂ ਨੂੰ ਕਹਿੰਦੇ ਵੀ ਜੇ ਦੇਣਾ ਤੇ ਸਤਿਗੁਰ ਦੇ ਅੱਗੇ ਸੀਸ ਭੇਟ ਦਿੱਤੀ। ਸੀਸ ਇਹ ਨਹੀਂ ਵੀ ਅਸੀਂ ਆ ਸਿਰ ਵੱਢ ਕੇ ਆ ਤਨ ਦਾ ਇਹ ਦੇਣਾ, ਮਨ ਦਾ ਸੀਸ ਦੇਣਾ। ਇਹ ਸਰੀਰ ਤਾਂ ਕੱਟਣਾ ਸੌਖਾ, ਇਹ ਕੋਈ ਵੱਡੀ ਗੱਲ ਨਹੀਂ। ਇਹ ਸਰੀਰ ਤਾਂ ਕਟਾਇਆ ਜਾ ਸਕਦਾ। ਇਹ ਤਾਂ ਜਿਵੇਂ ਪੁਰਾਤਨ ਸਮਿਆਂ 'ਚ ਜੀਵ ਕੀ ਕਰਦੇ ਸੀ, ਇਹਨੂੰ ਆਰੇ ਨਾਲ ਚਰਾ ਦਿੰਦੇ ਸੀ ਵੀ ਮੁਕਤੀ ਵਾਸਤੇ। ਉਹ ਕਹਿੰਦੇ ਸੀ ਵੀ ਇਹ ਸਰੀਰ ਦੇ 2 ਫਾੜ ਕਰ ਦਿਓ, ਵਿਚਾਲਿਓਂ ਚੀਰ ਦਿੰਦੇ ਸੀ। ਹੁਣ ਇਹਨੂੰ ਚੀਰਨ ਦੇ ਨਾਲ ਵੀ ਅੰਦਰੋਂ ਹਉਮੈ ਨਹੀਂ ਜਾਂਦੀ, ਹੰਕਾਰ ਨਹੀਂ ਜਾਂਦਾ। ਹੁਣ ਅਸੀਂ ਮਨ ਦਾ ਸੀਸ ਦੇਣਾ ਵੀ ਜਿਹੜੀ ਸਾਡੇ ਅੰਦਰ ਹਉਮੈ, ਜਿਹੜਾ ਸਾਡੇ ਅੰਦਰ ਹੰਕਾਰ ਹੈ, ਉਹ ਅਸੀਂ ਹਉਮੈ ਹੰਕਾਰ ਨੂੰ ਛੱਡ ਕੇ ਆਪਣਾ ਆਪ ਸਮਰਪਣ ਕਰਨਾ, ਮਨ ਦੇਣਾ ਸਤਿਗੁਰ ਨੂੰ। ਤਾਂ ਮਹਾਰਾਜ ਕਹਿੰਦੇ ਸਤਿਗੁਰ ਆਗੇ ਸੀਸ ਭੇਟ ਦੇਵੋ, ਜੇ ਸਤਿਗੁਰ ਸਾਚੇ ਭਾਵੈ। ਬਈ ਜੇ ਮੈਂ ਸਤਿਗੁਰ ਨੂੰ ਭਾ ਜਾਵਾਂ ਤੇ ਦੇਵਾਂ ਕੀ, ਆਪਦਾ ਮੈਂ ਸੀਸ ਵੱਢ ਕੇ ਅਰਪਣ ਕਰਦੇ ਹਾਂ। ਵੀ ਜਿਹੜੀ ਮੇਰੇ ਅੰਦਰ ਹਉਮੈ, ਜਿਹੜਾ ਮੇਰੇ ਅੰਦਰ ਆਪਣਾ ਆਪਾ ਹੈ, ਉਹ ਮੈਂ ਆਪਣਾ ਆਪਾ ਵਾਰਤੀ, ਖਤਮ ਕਰਤੀ। ਹੁਣ ਇਹ ਆਪਣਾ ਆਪਾ ਖਤਮ ਕਰਨਾ, ਆਪਣਾ ਆਪਾ ਮਾਰਨਾ, ਇਹ ਗੱਲਾਂ ਬਾਤਾਂ ਨਾਲ ਨਹੀਂ ਆਪਣਾ ਆਪਾ ਮਰਤ। ਉਹਦੇ ਵਾਸਤੇ ਸਾਨੂੰ ਸ਼ਬਦ ਦੀ ਕਮਾਈ ਕਰਨੀ ਪੈਂਦੀ, ਗੁਰੂ ਦੇ ਵਚਨ ਨੂੰ ਸਤ ਕਰਕੇ ਮੰਨਣਾ ਪੈਂਦਾ, ਦੱਸੇ ਹੋਏ ਮਾਰਗ 'ਤੇ ਚੱਲਣਾ ਪੈਂਦਾ। ਫਿਰ ਸਾਡਾ ਆਪਣਾ ਆਪਾ ਮਿਟਦਾ, ਆਪਣਾ ਆਪਾ ਖਤਮ ਹੁੰਦਾ। ਫਿਰ ਸਾਡਾ ਮਾਲਕ ਦੇ ਨਾਲ ਪਿਆਰ ਪੈਂਦਾ, ਉਹਦੇ ਨਾਲ ਪ੍ਰੀਤ ਪੈਂਦੀ। ਜਦੋਂ ਆਪਣਾ ਆਪਾ ਮਿਟ ਗਿਆ, ਫਿਰ ਤਾਂ ਮਾਲਕ ਹੀ ਮਾਲਕ ਰਹਿ ਗਿਆ। ਮਹਾਰਾਜ ਇਸ ਲਈ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੂੰ ਤਦ ਤੂੰ। ਬਈ ਜਦੋਂ ਦਾ ਸਾਡੇ ਅੰਦਰ ਹਉਮੈ ਹੁੰਦੀ, ਸਾਡਾ ਆਪਣਾ ਆਪਾ ਹੈ, ਉਹਨਾਂ ਸਮਾਂ ਮਾਲਕ ਨਹੀਂ। ਜਦੋਂ ਆਪਣਾ ਆਪਾ ਮਿਟ ਗਿਆ, ਫਿਰ ਮਾਲਕ ਹੀ ਮਾਲਕ ਰਹਿ ਗਿਆ, ਫਿਰ ਦੂਜਾ ਕੋਈ ਹੋਰ ਹੈ ਹੀ ਨਹੀਂ। ਇਸ ਲਈ ਮਾਰੇ ਫਰਮਾਉਂਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਬਈ ਜਦੋਂ ਦਾ ਸਾਡੇ ਅੰਦਰ ਹਉਮੈ ਹੰਕਾਰ ਹੈ, ਉਦੋਂ ਅਸੀਂ ਕਹਿੰਦੇ ਹਾਂ ਵੀ ਮੈਂ ਹੀ ਮੈਂ, ਇਹ ਤੋਂ ਬਿਨਾਂ ਤਾਂ ਹੁੰਦਾ ਹੀ ਨਹੀਂ ਜੀ ਕੁਛ। ਜਦੋਂ ਆਪਣਾ ਆਪਾ ਮਿਟ ਗਿਆ, ਫਿਰ ਕਹਿੰਦੇ ਵੀ ਤੂੰ ਹੀ ਤੂੰ। ਇਸ ਵਾਸਤੇ ਫਿਰ ਕਹਿੰਦੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ।
ਕਨਿਕ ਕਟਕ ਜਲ ਤਰੰਗ ਜੈਸਾ। ਬਈ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ। ਜਿਵੇਂ ਜਲ 'ਚੋਂ ਤਰੰਗ ਉੱਠਦੀ ਉਹ ਫਿਰ ਵਿੱਚ ਹੀ ਸਮਾ ਜਾਂਦੀ। ਇਸੇ ਤਰ੍ਹਾਂ ਹੀ ਜਦੋਂ ਆਪਣਾ ਆਪਾ ਸਾਡਾ ਮਿਟ ਗਿਆ ਫਿਰ ਆਪਣੇ ਤੇ ਮਾਲਕ 'ਚ ਕੋਈ ਫਰਕ ਨਹੀਂ ਰਹਿੰਦਾ। ਫਰਕ ਉਹਨਾਂ ਸਮਾਂ ਜਦ ਤੱਕ ਸਾਡੇ ਅੰਦਰ ਹੋਵੇ ਉਹਨਾਂ ਸਮਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਵੱਖਰੇ ਹਾਂ, ਰੱਬ ਕੋਈ ਵੱਖਰਾ ਹੈ। ਉਹਨਾਂ ਸਮਾਂ ਅਸੀਂ ਕਹਿੰਦੇ ਵੀ ਮੈਂ ਕਰਦਾ। ਮਹਾਰਾਜ ਕਹਿੰਦੇ ਜਦ ਤੱਕ ਇਹਦੇ ਅੰਦਰ ਹੀ ਮੈਂ, ਉਹਨਾਂ ਸਮਾਂ ਇਹ ਗਰਭ ਦੇ ਵਿੱਚ, ਉਹਨਾਂ ਸਮਾਂ ਜੂਨਾ ਚਾਹੁੰਦਾ ਜਾਂਦਾ। ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੂਨ ਮੈਂ ਫਿਰਤਾ। ਜਬ ਧਾਰੇ ਕੋ ਵੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ। ਜਦ ਤੱਕ ਸਾਡਾ ਕੋਈ ਵੈਰੀ ਹੈ ਅਸੀਂ ਕਹਿੰਦੇ ਵੀ ਇਹ ਸਾਡੇ ਵੈਰੀ ਨੇ ਜੀ, ਇਹ ਸਾਡੇ ਦੁਸ਼ਮਣ ਨੇ, ਅਤੇ ਅਸੀਂ ਆਖੀਏ ਸਾਡਾ ਚਿੱਤ ਨਿਸ਼ਚਲ ਹੋ ਜਾਏਗਾ, ਸਾਡਾ ਮਨ ਟਿਕ ਜਾਏਗਾ, ਨਹੀਂ ਟਿਕਣਾ। ਇਸ ਲਈ ਮਹਾਰਾਜ ਕਹਿੰਦੇ ਵਾਦ ਵਿਵਾਦ ਨਾਹੀਂ ਪ੍ਰਭ ਮੇਲਾ। ਵੀ ਜੇ ਅਸੀਂ ਵਾਦ ਵਿਵਾਦ 'ਚ ਹੀ ਪਏ ਰਹਾਂਗੇ ਅਤੇ ਸਾਡਾ ਮਾਲਕ ਨਾਲ ਮੇਲਾ ਹੋਣਾ ਹੀ ਨਹੀਂ, ਸਾਡਾ ਮਿਲਾਪ ਹੋਣਾ ਹੀ ਨਹੀਂ। ਇਹ ਮਾਰਗ ਹੈ ਪ੍ਰੇਮ ਦਾ, ਇਹਨੂੰ ਸੰਤ ਮਾਰਗ ਕਹਿੰਦੇ। ਸੰਤਾਂ ਦਾ ਜਿਹੜਾ ਮਾਰਗ ਉਹ ਪਿਆਰ ਦਾ ਮਾਰਗ, ਪ੍ਰੇਮ ਦਾ ਮਾਰਗ। ਵੀ ਜੇ ਅਸੀਂ ਸੰਤ ਮਾਰਗ 'ਤੇ ਚੱਲਾਂਗੇ, ਪ੍ਰੇਮ ਦੇ ਮਾਰਗ 'ਤੇ ਚੱਲਾਂਗੇ, ਇਹਦੇ ਵਿੱਚ ਸੁੱਖ ਹੀ ਸੁੱਖ, ਸ਼ਾਂਤੀ ਸ਼ਾਂਤੀ ਅਤੇ ਆਨੰਦ ਹੀ ਆਨੰਦ। ਦੁੱਖ ਅਸੀਂ ਉਦੋਂ ਪੈਦਾ ਕਰਦੇ ਹਾਂ ਜਦੋਂ ਅਸੀਂ ਆਪਦੀ ਮੱਤ ਵਰਤਦੇ, ਆਪਦੀ ਮੱਤ ਦੁਆਰਾ ਅਸੀਂ ਦੁੱਖ ਪੈਦਾ ਕਰ ਲੈਂਦੇ ਹਾਂ, ਅਸੀਂ ਖੁਦ ਹੀ ਦੁਖੀ ਹੁੰਦੇ ਹਾਂ। ਸਾਡੀ ਜਿਹੜੀ ਸਿਆਣਪ ਹੈ ਸਾਨੂੰ ਇਹ ਦੁੱਖਾਂ 'ਚ ਰੱਖਦੀ। ਸਾਡੀ ਮੱਤ ਸਾਡੇ ਲਈ ਦੁੱਖ ਪੈਦਾ ਕਰ ਦਿੰਦੀ। ਹੁਣ ਇਸ ਵਾਸਤੇ ਕਹਿੰਦੇ ਜੇ ਤੁਸੀਂ ਸੁਖੀ ਹੋਣਾ ਹੈ ਫਿਰ ਤੁਸੀਂ ਆਪਦੀ ਮੱਤ ਛੱਡਤੀ। ਮਹਾਰਾਜ ਇਸ ਲਈ ਕਹਿੰਦੇ ਤਜੋ ਸਿਆਣਪ ਸੁਰਜਨੋ। ਬਈ ਹਰੀ ਦੇ ਜਨੋਂ ਆਪਦੀ ਸਿਆਣਪ ਨੂੰ ਤਜ ਦਿਓ, ਇਹਨੂੰ ਛੱਡ ਦਿਓ। ਹੁਣ ਸਾਡੀ ਸਿਆਣਪ ਹੀ ਸਾਨੂੰ ਦੁੱਖਾਂ 'ਚ ਰੱਖਦੀ, ਤਾਂਹੀਓ ਅਸੀਂ ਦੁਖੀ। ਜੇ ਅੱਜ ਆਪਣਾ ਮਨ ਅਸ਼ਾਂਤ ਹੈ, ਜੇ ਅਸੀਂ ਦੁਖੀ ਹਾਂ ਤਾਂ ਇਹਦਾ ਕਾਰਨ ਗੁਰੂ ਨਾਨਕ ਦਾ ਘਰ ਸਾਨੂੰ ਸਾਡੀ ਮੱਤ ਦੱਸਦੇ, ਸਾਡੀ ਸਿਆਣਪ। ਅਸੀਂ ਸਿਆਣੇ ਬਹੁਤੇ, ਅਸੀਂ ਜ਼ਿਆਦਾ ਸਿਆਣੇ ਹੋਣ ਕਰਕੇ ਤਾਂ ਦੁਖੀ। ਦੇਖੋ ਹੁਣ ਸੰਸਾਰ ਦੇ ਨਾਲੋਂ ਇਹ ਸਾਰਾ ਖੇਲ ਉਲਟ ਹੈ। ਗੁਰਬਾਣੀ 'ਚ ਆਪਾਂ ਨੂੰ ਸਿੱਧਾ ਦੱਸਿਆ ਸੰਸਾਰ ਦਾ ਉਲਟ। ਸੰਸਾਰੀ ਜੀਵ ਕੋਈ ਮੰਨੇਗਾ ਵੀ ਮੈਂ ਜ਼ਿਆਦਾ ਸਿਆਣਾ ਕਰਕੇ ਮੈਂ ਤਾਂ ਦੁਖੀ। ਸੰਸਾਰੀ ਜੀਵ ਕੋਈ ਨਹੀਂ ਮੰਨੂਗਾ ਵੀ ਮੈਂ ਸਿਆਣਾ ਬਹੁਤਾ ਮੈਂ ਤਾਂ ਦੁੱਖ ਖੱਟੇ ਨੇ, ਵੀ ਮੈਂ ਤਾਂ ਦੁਖੀ ਹਾਂ। ਸਾਨੂੰ ਇਹ ਗੁਰੂ ਨਾਨਕ ਦਾ ਘਰ ਦੱਸਦਾ ਹੈ ਵੀ ਦੁੱਖ ਦਾ ਕਾਰਨ ਸਾਡੀ ਸਿਆਣਪ ਹੈ, ਵੀ ਅਸੀਂ ਬਹੁਤੇ ਸਿਆਣੇ ਹੋ ਗਏ ਤਾਂ ਅਸੀਂ ਦੁਖੀ। ਜੇ ਅਸੀਂ ਆਪਦੀ ਸਿਆਣਪ ਛੱਡ ਦਈਏ, ਗੁਰੂ ਦੀ ਮੱਤ ਲੈ ਲਈਏ, ਫਿਰ ਸਾਨੂੰ ਕੋਈ ਦੁੱਖ ਨਹੀਂ। ਇਹੋ ਤਾਂ ਸਾਨੂੰ ਸਤਿਗੁਰੂ ਸਾਡੇ ਜੀਵਨ ਦੀ ਜਾਂਚ ਸਿਖਾਉਂਦੇ ਨੇ, ਇਹੋ ਤਾਂ ਸਾਨੂੰ ਸਮਝਾਉਂਦੇ ਨੇ ਬਈ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਫਿਰ ਤੁਸੀਂ ਗੁਰੂ ਦੀ ਮੱਤ ਲਵੋ, ਆਪਦੀ ਸਿਆਣਪ ਛੱਡੋ। ਹੁਣ ਸੰਸਾਰ ਦੇ ਵਿੱਚ ਜੀਵ ਸੁੱਖ ਸਾਰੇ ਲੱਭਦੇ, ਇਹ ਨਹੀਂ ਵੀ ਕੋਈ ਦੁੱਖ ਲੱਭਦਾ, ਕੋਈ ਦੁੱਖ ਮੰਗਦਾ। ਸਾਰੇ ਸੁੱਖ ਹੀ ਮੰਗਦੇ। ਜਿੱਥੇ ਵੀ ਜੀਵ ਜਾਂਦਾ, ਗੁਰੂ ਘਰ ਆਉਂਦਾ, ਇੱਥੇ ਆ ਕੇ ਸੁੱਖ ਮੰਗਦਾ, ਮਹਾਰਾਜ ਸੁੱਖ ਦੇਈ। ਜੇ ਕੋਈ ਕਿਤੇ ਹੋਰ ਜਾਂਦਾ, ਉੱਥੇ ਜਾ ਕੇ ਮੰਗਦੇ, ਨੱਕ ਰਗੜਦੇ, ਸਾਨੂੰ ਸੁੱਖ ਦਿਓ। ਹੁਣ ਮੰਗਦੇ ਸਾਰੇ ਸੁੱਖ ਨੇ,
ਇਹ ਹੈ ਇਹ ਸਾਰੇ ਦੁਖੀ ਨੇ। ਜਿਹੜੇ ਸੁੱਖ ਮੰਗਦੇ ਇਹਦਾ ਮਤਲਬ ਵੀ ਉਹ ਦੁਖੀ ਨੇ, ਤਾਂਹੀਓ ਮੰਗਦੇ ਨੇ ਨਾ। ਜੇ ਅਸੀਂ ਸੁਖੀ ਹੋਈਏ ਤਾਂ ਫਿਰ ਤਾਂ ਸਾਨੂੰ ਮੰਗਣ ਦੀ ਲੋੜ ਹੀ ਨਹੀਂ। ਸੁੱਖ ਦਾ ਤਾਂ ਮੰਗਦਾ ਜੀਵ ਵੀ ਇਹਦਾ ਕਾਰਨ ਵੀ ਉਹ ਦੁਖੀ ਹੈ। ਦੁਖੀ ਹੋਣ ਕਰਕੇ ਉਹ ਤਾਂ ਮੰਗਦਾ ਵੀ ਮੈਨੂੰ ਸੁੱਖ ਦਿਓ ਜੀ। ਜੇ ਉਹ ਸੁਖੀ ਹੈ ਫਿਰ ਤਾਂ ਉਹਨੂੰ ਮੰਗਣ ਦੀ ਲੋੜ ਹੀ ਨਹੀਂ, ਕਿਉਂਕਿ ਫਿਰ ਤਾਂ ਉਹ ਸੁਖੀ ਹੈਗਾ ਹੀ ਹੈ। ਹੁਣ ਮੰਗਦੇ ਸਾਰੇ ਸੁੱਖ ਨੇ ਤੇ ਹੈ ਸਾਰੇ ਦੁਖੀ ਨੇ। ਦੁੱਖ ਦਾ ਕਾਰਨ ਇਹੀ ਹੈ ਵੀ ਇਹ ਸੁਖੀ ਹੋਣਾ ਚਾਹੁੰਦੇ, ਆਪਦੀ ਸਿਆਣਪ ਵਰਤ ਕੇ ਸਮਝਦੇ ਵੀ ਅਸੀਂ ਆਪਦੀ ਸਿਆਣਪ ਨਾਲ ਸੁੱਖ ਮੰਗ ਕੇ ਵੀ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਕਹਿੰਦੇ ਉਹ ਜਿਹਾ ਮੰਗਿਆ ਹੋਇਆ ਸੁੱਖ ਜੀਵਨ ਦਾ ਉਹ ਸਤਿਗੁਰੂ ਨੂੰ ਭਾਉਂਦਾ ਹੀ ਨਹੀਂ, ਗੁਰੂ ਨੂੰ ਭਾਉਂਦਾ ਹੀ ਨਹੀਂ। ਜਿਹਨੂੰ ਸੁੱਖ ਸਮਝ ਕੇ ਅਸੀਂ ਮੰਗਦੇ ਹਾਂ ਤੇ ਮਿਲਦਾ ਉਹਨੂੰ ਦੁੱਖ। ਮਹਾਰਾਜ ਕਹਿੰਦੇ ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੂ ਨਾ ਮੰਗਿਆ ਭਾਵੇ। ਵੀ ਉਹ ਜਿਹਾ ਜੀਵਨ ਦਾ ਮੰਗਿਆ ਹੋਇਆ ਸੁੱਖ ਭਾਉਂਦਾ ਹੀ ਨਹੀਂ ਗੁਰੂ ਨੂੰ। ਬਈ ਜਿਹਨੂੰ ਇਹ ਸੁੱਖ ਸਮਝ ਕੇ ਮੰਗਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਦੁੱਖ ਹੀ ਮੰਗ ਰਹੇ। ਕਿ ਸੁੱਖ ਤਾਂ ਅਸੀਂ ਫੇਰ ਹੋ ਸਕਦੇ ਜੇ ਅਸੀਂ ਆਪਦੀ ਸਿਆਣਪ ਛੱਡਾਂਗੇ। ਤਾਂ ਸਿਆਣਪ ਦੁਆਰਾ ਤਾਂ ਅਸੀਂ ਮੰਗੀ ਜਾ ਰਹੇ। ਹੁਣ ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਮੰਗ ਕਾਹਤੋਂ ਹੈ। ਮੰਗ ਉਦੋਂ ਜਦੋਂ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ, ਜਦੋਂ ਇਹ ਮਾਇਆ ਦੇ ਘਰ 'ਚ ਹੁੰਦਾ ਇਹ ਕਿਸੇ ਨਾ ਕਿਸੇ ਮੰਗ 'ਚ ਹੀ ਰਹਿੰਦਾ। ਇਹਦੀ ਕੋਈ ਨਾ ਕੋਈ ਮੰਗ ਹੀ ਹੁੰਦੀ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਚਾਹੇ ਉਹ ਮੰਗ ਛੋਟੀ ਹੋਵੇ, ਚਾਹੇ ਉਹ ਮੰਗ ਵੱਡੀ ਹੋਵੇ, ਇਹਦੀ ਹੁੰਦੀ ਮੰਗ ਹੀ ਸੰਸਾਰ ਦੇ ਪਦਾਰਥ ਜਾਂ ਇਹ ਸਰੀਰ ਦੀ ਤੰਦਰੁਸਤੀ। ਬਈ ਇਹ ਸਰੀਰ ਨੂੰ ਮੇਰੇ ਨੂੰ ਕੋਈ ਨੁਕਸ ਹੀ ਨਾ ਪੈ ਜੇ, ਇਹਨੂੰ ਕੋਈ ਰੋਗ ਹੀ ਨਾ ਲੱਗ ਜੇ, ਇਹਦੇ ਵਾਸਤੇ ਵੀ ਮੰਗਣਾ। ਇਹ ਸਭ ਸਾਡਾ ਅਗਿਆਨਤਾ ਦਾ ਕਾਰਨ ਸਾਨੂੰ ਸਤਿਗੁਰੂ ਦੱਸਦੇ ਵੀ ਇਹ ਵੀ ਤਾਂ ਦੂਜਾ ਹੈ ਸਰੀਰ। ਇਹ ਕਿਹੜਾ ਸਦਾ ਰਹਿਣਾ, ਇਹਨੇ ਵੀ ਤਾਂ ਇੱਕ ਦਿਨ ਖਤਮ ਹੋਣਾ ਹੀ ਹੈ। ਜੇ ਅਸੀਂ ਇਹਦੀ ਤੰਦਰੁਸਤੀ ਮੰਗੀ ਜਾਵਾਂਗੇ ਇਹ ਕਿਹੜਾ ਸਦਾ ਰਹਿਣਾ, ਇਹਨੇ ਤਾਂ ਇੱਕ ਦਿਨ ਖਤਮ ਹੋਣਾ ਹੀ ਹੋਣਾ, ਇਹਨੇ ਮਿਟਣਾ ਹੀ ਮਿਟਣਾ। ਇਹ ਨਾਸਵਾਨ, ਇਹ ਸਦਾ ਨਹੀਂ ਰਹਿਣ ਵਾਲਾ। ਹੁਣ ਇਸ ਵਾਸਤੇ ਫਿਰ ਕਹਿੰਦੇ ਵੀ ਆਪਦੇ ਵਾਸਤੇ ਮੰਗਣਾ ਉਹ ਹੋਰ ਗੱਲ ਹੈ, ਦੂਜੇ ਵਾਸਤੇ ਮੰਗਣਾ, ਦੁੱਖ ਮੰਗਣੇ ਉਹ ਹੋਰ ਗੱਲ ਹੈ। ਸੰਸਾਰ ਜਿਹਨੂੰ ਸੁੱਖ ਸਮਝ ਕੇ ਮੰਗਦਾ ਅਸਲ 'ਚ ਉਹ ਦੁੱਖ ਹੀ ਮੰਗ ਰਿਹਾ, ਸੁੱਖ ਨਹੀਂ ਮੰਗ ਰਿਹਾ। ਇਸ ਸਰੀਰ ਦੀ ਤੰਦਰੁਸਤੀ ਇਹ ਵੀ ਅਸੀਂ ਦੁੱਖ ਹੀ ਮੰਗਦੇ। ਅੱਗੇ ਕਿਹੜਾ ਸਦਾ ਰਹਿਣਾ, ਇਹਨੇ ਤਾਂ ਇੱਕ ਦਿਨ ਸਾਨੂੰ ਛੱਡਣਾ ਪੈਣਾ ਹੈ, ਖਾਲੀ ਕਰਨਾ ਹੀ ਪੈਣਾ। ਫਿਰ ਖਾਲੀ ਕਰਨ ਦੀ ਵਿਧ ਕੀ ਬਣਦੀ ਉਹ ਸਤਿਗੁਰੂ ਜਾਣਤ। ਵੀ ਇਹ ਸਰੀਰ ਨੂੰ ਕੋਈ ਰੋਗ ਲੱਗਣਾ ਹੈ, ਇਹਨੂੰ ਕੀ ਹੋਣਾ, ਅੰਤ ਸਮੇਂ ਕਿਵੇਂ ਇਹਨੂੰ ਛੱਡਣਾ, ਉਹ ਕੀ ਕਾਰਨ ਬਣਨਾ, ਉਹ ਕਰਤੇ ਦੇ ਵੱਸ ਹੈ, ਕਾਰਨ ਕਰਤੇ ਵੱਸ। ਹੁਣ ਅਸੀਂ ਸਾਰੀ ਉਮਰ ਤੰਦਰੁਸਤੀ ਮੰਗੀ ਜਾਈਏ ਸਰੀਰ ਦੀ, ਅਤੇ ਜਦੋਂ ਹੁਣ ਛੱਡਣਾ ਉਦੋਂ ਸਾਨੂੰ ਕੋਈ ਰੋਗ ਲੱਗ ਜੇ ਅਤੇ ਉਹ ਸਾਡਾ ਮੰਗਿਆ ਹੋਇਆ, ਫਿਰ ਅਸੀਂ ਆਖਾਂਗੇ ਵੀ ਉਹ ਤਾਂ ਪ੍ਰਵਾਨ ਹੀ ਨਹੀਂ ਹੋਇਆ ਸਾਡਾ ਮੰਗਿਆ ਹੋਇਆ। ਸਾਨੂੰ ਇਹ ਨਹੀਂ ਪਤਾ ਵੀ ਸਾਡੀ ਤਾਂ ਮੰਗ ਹੀ ਗਲਤ ਸੀ, ਵੀ ਗੁਰੂ ਦੀ ਮੱਤ ਦੁਆਰਾ ਤਾਂ ਅਸੀਂ ਮੰਗਿਆ ਹੀ ਨਹੀਂ। ਵੀ ਜੋ ਅਸੀਂ ਮੰਗਦੇ ਰਹੇ ਸਰੀਰ ਵਾਸਤੇ, ਇਹ ਤਾਂ ਹੁਣ ਛੱਡਣਾ ਹੀ ਛੱਡਣਾ, ਇਹਨੇ ਤਾਂ ਜਾਣਾ ਹੀ ਜਾਣਾ ਇੱਕ ਦਿਨ। ਤਾਂ ਫਿਰ ਮਹਾਰਾਜ ਸਾਨੂੰ ਕਹਿੰਦੇ ਵੀ ਇਹ ਸਰੀਰ ਇੱਕ ਦਿਨ ਛੱਡਣਾ ਪੈਣਾ, ਇਹਨੇ ਇੱਕ ਦਿਨ ਖਤਮ ਹੋਣਾ। ਹੁਣ ਅਸੀਂ ਕਿਹੜੇ ਮਾਰਗ 'ਤੇ ਚੱਲੀਏ ਤਾਂ ਕਿ ਅਸੀਂ ਸਦਾ ਲਈ ਸੁਖੀ ਹੋ ਜਾਈਏ, ਸਾਡਾ ਮਨ ਹੈ ਜਿਹੜਾ ਉਹ ਸਦਾ ਲਈ ਜੀਵਨ ਮੁਕਤ ਹੋ ਜਾਏ। ਉਹਦੇ ਵਾਸਤੇ ਫਿਰ ਮਹਾਰਾਜ ਫਰਮਾਉਂਦੇ, ਕਬੀਰ ਇਹੋ ਤਨ ਜਾਏਗਾ ਕਵਣੇ ਮਾਰਗ ਲਾਈ, ਕਰ ਸੰਗਤ ਸਾਧ ਕੀ ਕਹਿ ਹਰ ਕੇ ਗੁਣ ਗਾਏ। ਵੀ ਇਹ ਸਰੀਰ ਤਾਂ ਇੱਕ ਦਿਨ ਜਾਣਾ ਹੀ ਜਾਣਾ, ਵਿਨਸਣਾ। ਵੀ ਅਸੀਂ ਕਿਹੜੇ ਮਾਰਗ 'ਤੇ ਚੱਲੀਏ? ਉਹ ਕਹਿੰਦੇ ਸਾਧ ਸੰਗਤ ਕਰੋ, ਅਤੇ ਸਾਧ ਸੰਗਤ ਕਰਕੇ ਗੁਰੂ ਦੀ ਮੱਤ ਲਓ। ਵੀ ਇਹਨੂੰ ਨਾਸਵਾਨ ਸਮਝੋ, ਇਹਨੂੰ ਮਿਥਿਆ ਸਮਝੋ, ਇਹ ਨਾ ਸਮਝੋ ਵੀ ਅਸੀਂ ਸਦਾ ਤੰਦਰੁਸਤੀ ਰਵਾਂਗੇ ਜੀ।
ਵੀ ਇਹ ਸਰੀਰ ਨੂੰ ਕੁਛ ਹੋਣਾ ਨਹੀਂ, ਖਬਰ ਇਹਦੀ ਕੀ ਹਾਲਤ ਹੋਣੀ, ਕੀ ਬਣਨਾ ਅੰਤ ਸਮੇਂ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਸਤ ਸੰਗਤ ਕਰਾਂਗੇ, ਅਸੀਂ ਆਪਦੇ ਘਰ ਦਾ ਭੇਤ ਲੈ ਲਾਂਗੇ, ਅਸੀਂ ਸਹਿਜ ਵਿੱਚ ਚਲੇ ਜਾਵਾਂਗੇ, ਤੇ ਫਿਰ ਸਾਨੂੰ ਭੇਤ ਖੁੱਲ੍ਹ ਜਾਂਦਾ ਵੀ ਇਹ ਤਾਂ ਸਾਡਾ ਹੈ ਹੀ ਨਹੀਂ, ਵੀ ਇਹ ਤਾਂ ਵਸਤ ਪਰਾਈ ਸੀ। ਅਸੀਂ ਤਾਂ ਐਵੇਂ ਮੂਰਖ ਬਣ ਕੇ ਇਹਦੇ 'ਤੇ ਹਉਮੈ ਹੰਕਾਰ ਕਰਦੇ ਰਹੇ, ਅਸੀਂ ਸਮਝਦੇ ਰਹੇ ਵੀ ਸਾਡਾ ਹੈ, ਵੀ ਸਾਡਾ ਤਾਂ ਹੈ ਹੀ ਨਹੀਂ। ਮਹਾਰਾਜ ਇਸ ਲਈ ਕਹਿੰਦੇ ਵਸਤ ਪਰਾਈ ਗਰਭ ਕਰੇ ਮੂਰਖ ਆਪ ਗਣਾਏ, ਵੀ ਐਡਾ ਮੂਰਖ ਮਨਮੁਖ ਹੈ, ਵਸਤ ਪਰਾਈ ਹੈ, ਸਰੀਰ ਪਰਾਇਆ, ਇਹਦੇ 'ਤੇ ਗਰਭ ਕਰਦਾ, ਹੰਕਾਰ ਕਰਦਾ, ਤੇ ਇਹਦੇ ਵਾਸਤੇ ਹੀ ਮੰਗੀ ਜਾਂਦਾ। ਇਹਦੇ 'ਤੇ ਗਰਭ ਕਰਕੇ ਹੰਕਾਰ ਕਰਦਾ ਵੀ ਮੇਰਾ ਹੈ, ਤੇ ਇਹਨੂੰ ਇਹ ਨਹੀਂ ਪਤਾ ਵੀ ਸਾਡਾ, ਮੇਰਾ ਤਾਂ ਹੈ ਹੀ ਨਹੀਂ। ਤਾਂ ਫਿਰ ਮਹਾਰਾਜ ਮਨ ਨੂੰ ਕਹਿੰਦੇ ਵੀ ਤੂੰ ਸੁੱਤਾ ਨਾ ਰਹਿ, ਤੂੰ ਭਰਮ 'ਚ ਨਾ ਰਹਿ, ਤੂੰ ਜਾਗ, ਵੀ ਇਹ ਜਿਹਨੂੰ ਤੂੰ ਆਪਦਾ ਸਮਝਦਾ ਨਾ, ਇਹਨੇ ਤੇਰੇ ਨਾਲ ਨਹੀਂ ਜਾਣਾ, ਇਹਨੇ ਇੱਥੇ ਹੀ ਰਹਿ ਜਾਣਾ, ਇਹਨੇ ਤੇਰਾ ਸਦਾ ਸਾਥ ਨਹੀਂ ਦੇਣਾ। ਇਸ ਲਈ ਸਤਿਗੁਰੂ ਫਰਮਾਉਂਦੇ ਜਾਗ ਲਿਹੋ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਵੀ ਜਿਹੜਾ ਇਹ ਤਨ ਤੈਨੂੰ, ਜਿਹਨੂੰ ਤੂੰ ਕਹਿੰਦਾ ਨਾ ਵੀ ਮੇਰਾ, ਇਹਨੇ ਤੇਰਾ ਸੰਗੀ ਨਹੀਂ ਬਣਨਾ ਅੱਗੇ, ਇਹਨੇ ਤੇਰੇ ਨਾਲ ਨਹੀਂ ਜਾਣਾ। ਜਿਹਦੀ ਤੂੰ ਤੰਦਰੁਸਤੀ ਮੰਗਦਾ ਨਾ, ਜਿਹਦੇ ਵਾਸਤੇ ਤੂੰ ਦਿਨ ਰਾਤ ਮੰਗ ਰਿਹਾ, ਇਹਨੇ ਤੇਰਾ ਸਾਥ ਨਹੀਂ ਦੇਣਾ ਅੱਗੇ, ਇਹ ਇੱਥੇ ਦਾ ਇੱਥੇ ਹੀ ਰਹਿ ਜਾਣਾ, ਤੇ ਇਹਨੂੰ ਹੱਥੀਂ ਸੰਸਕਾਰ ਕਰ ਦੇਣਗੇ ਜੀ ਆਪਣੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਨਹੀਂ, ਉਹਨਾਂ ਨੇ ਆਪਾਂ ਨੂੰ ਇੱਕ ਰਾਤ ਵੀ ਨਹੀਂ ਘਰੇ ਰੱਖਣਾ, ਬਸ ਉਨਾ ਸਮਾਂ ਹੀ ਆਪਣੇ ਜਿੰਨਾ ਸਮਾਂ ਸਾਹ ਚੱਲਦੇ ਨੇ। ਜਿੱਦਣ ਸਾਹ ਖਤਮ ਹੋ ਗਏ ਕਹਿਣਗੇ ਵੀ ਲੈ ਜਾਓ, ਜਦ ਤੱਕ ਤਾਂ ਸਾਹ ਚੱਲਦੇ ਸੀ ਆਪਣਾ ਸੀ, ਹੁਣ ਭਰੋਸਾ ਕੋਈ ਨਹੀਂ। ਉਹ ਜੀਵ ਸਰੀਰ ਨੂੰ ਵੀ ਨਹੀਂ ਇੱਕ ਰਾਤ ਵੱਧ ਰੱਖਦੇ ਘਰੇ, ਉਦੋਂ ਵੀ ਕਹਿੰਦੇ ਵੀ ਇਹਨੂੰ ਹੋਰ ਪਾਸੇ ਕਿਤੇ ਰੱਖ ਤੂੰ, ਨਹੀਂ ਤਾਂ ਛੇਤੀ ਸੰਸਕਾਰ ਕਰ ਤੂੰ। ਇਸ ਲਈ ਮਹਾਰਾਜ ਕਹਿੰਦੇ ਵੀ ਇਹਦੀ ਕੀਮਤ ਓਨਾ ਸਮਾਂ ਹੀ ਹੈ ਵੀ ਜਿੰਨਾ ਸਮਾਂ ਇਹਦੇ ਵਿੱਚ ਤੇਲ ਤੇ ਬੱਤੀ ਹੈ, ਜਿਵੇਂ ਮਿੱਟੀ ਦਾ ਦੀਵਾ ਹੁੰਦਾ, ਉਹਦੀ ਕਦਰ ਓਨਾ ਸਮਾਂ ਉਹਦੇ 'ਚ ਤੇਲ ਹੈ, ਬੱਤੀ ਹੈ, ਅਤੇ ਉਹ ਚਾਨਣ ਕਰਦਾ। ਜਦੋਂ ਹੁਣ ਉਹਦੇ ਵਿੱਚ ਉਹ ਤੇਲ ਸੜ ਜਾਂਦਾ, ਬੱਤੀ ਮੱਚ ਜਾਂਦੀ, ਅਤੇ ਉਹ ਮਿੱਟੀ ਦੇ ਦੀਵੇ ਨੂੰ ਕੋਈ ਸਾਂਭ ਕੇ ਘਰੇ ਨਹੀਂ ਰੱਖਦਾ, ਉਹਨੂੰ ਚੱਕ ਕੇ ਬਾਹਰ ਸੁੱਟ ਦਿੰਦੀ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਫਿਰ ਸਾਨੂੰ ਉਹ ਦੀਵੇ ਦੀ ਉਦਾਹਰਨ ਦਿੰਦੇ, ਕਹਿੰਦੇ ਜਬ ਲਗ ਤੇਲ ਦੀਵਿਆ ਮੁਖ ਬਾਤੀ, ਤਾਵ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ। ਰੇ ਬੌਰੇ ਤੋਹਿ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਬਈ ਤੂੰ ਹੁਣ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਦਾ, ਇਹਨਾਂ ਨੇ ਤੈਨੂੰ ਇੱਕ ਘੜੀ ਵੀ ਵੱਧ ਨਹੀਂ ਰੱਖਣਾ। ਦੇਹਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਈ ਭਾਈ, ਲੜ ਛੜਕਾਏ ਤੇਰੀਆ ਰੋਵੇ, ਹੰਸ ਅਕੇਲਾ ਜਾਈ। ਬਈ ਦੇਹਰੀ ਦੇ ਵਿੱਚ ਬੈਠ ਕੇ ਮਾਂ ਰੋਂਦੀ, ਪਰਿਵਾਰ ਰੋਂਦਾ, ਘਰ ਵਾਲੀ ਰੋਂਦੀ, ਅਤੇ ਉਹ ਇਕੱਲਾ ਹੀ ਜਾਂਦਾ, ਕਿ ਕੋਈ ਨਾਲ ਨਹੀਂ ਜਾਂਦਾ ਉੱਥੇ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਤੂੰ ਇਕੱਲੇ ਨੇ ਜਾਣਾ, ਅਤੇ ਸਰੀਰ ਵੀ ਤੇਰਾ ਇੱਥੇ ਹੀ ਰਹਿ ਜਾਣਾ, ਅਤੇ ਇਹਨੂੰ ਹੱਥੀਂ ਸੰਸਕਾਰ ਕਰ ਦੇਣਾ ਉਹਨਾਂ ਨੇ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਾਡਾ ਦੇਸ਼ ਨਹੀਂ, ਇਹ ਸਾਡਾ ਘਰ ਨਹੀਂ ਹੈ, ਆਪਾਂ ਇੱਥੇ ਦੇ ਵਾਸੀ ਨਹੀਂ ਹੈ, ਆਪਾਂ ਇਸ ਲੋਕ ਦੇ ਰਹਿਣ ਵਾਲੇ ਨਹੀਂ। ਆਪਣਾ ਜੋ ਦੇਸ਼ ਹੈ ਉਹ ਪਰਲੋਕ ਹੈ, ਆਪਾਂ ਇੱਥੇ ਪਰਦੇਸੀ ਹਾਂ, ਕੁਝ ਸਮੇਂ ਵਾਸਤੇ ਆਉਂਦੇ, ਸਵੇਰੇ ਆਏ ਅਤੇ ਰਾਤ ਨੂੰ ਵਾਪਸ ਚਲੇ ਜਾਂਦੇ ਹਾਂ, ਅਤੇ ਇੱਕ ਦਿਨ ਅਸੀਂ ਸਦਾ ਲਈ ਇੱਥੋਂ ਵਾਪਸ ਚਲੇ ਜਾਂਦੇ। ਇੱਥੇ ਕਿਸੇ ਨੇ ਸਦਾ ਬੈਠੇ ਨਹੀਂ ਰਹਿਣਾ। ਹੁਣ ਮਹਾਰਾਜ ਕਹਿੰਦੇ ਵੀ ਜਾਣਾ ਤਾਂ ਹੈਗਾ, ਪਰ ਕਿੱਥੇ ਜਾਣਾ, ਉਹ ਘਰ ਦਾ ਪਹਿਲਾਂ ਭੇਤ ਲੈ ਲਓ, ਅਤੇ ਪਹਿਲਾਂ ਹੀ ਉੱਥੇ ਆਉਣ ਜਾਣ ਬਣਾ ਲਓ। ਜੇ ਅਸੀਂ ਉਹ ਘਰ ਦੇਖਿਆ ਹੋਏਗਾ ਨਾ ਆਪਦਾ ਸਹਿਜ, ਅਤੇ ਸਾਨੂੰ ਮੌਤ ਦਾ ਕੋਈ ਭੈ ਨਹੀਂ ਰਹਿੰਦਾ। ਫਿਰ ਸਾਨੂੰ ਇਹ ਨਹੀਂ ਹੁੰਦਾ ਵੀ
ਸਾਨੂੰ ਹਜੇ ਮੌਤ ਨਾ ਆ ਜੇ। ਸਾਡੇ ਤਾਂ ਕੰਮਕਾਰ ਬਹੁਤ ਕਰਨ ਵਾਲੇ ਨੇ। ਫਿਰ ਤਾਂ ਸਾਨੂੰ ਇਹ ਹੁੰਦਾ ਵੀ ਆਪਦਾ ਘਰ ਦੇਖੀਏ ਅਤੇ ਪਤਾ ਵੀ ਸਮਾਂ ਜਿਹੜਾ ਉਹ ਸਾਨੂੰ ਮਾਲਕ ਨੇ ਗਿਣਤੀ ਦਾ ਦਿੱਤਾ, ਜਦੋਂ ਪੂਰਾ ਹੋ ਗਿਆ ਜਾਣਾ ਹੀ ਹੈ। ਅਤੇ ਫਿਰ ਅਸੀਂ ਖੁਸ਼ੀ ਖੁਸ਼ੀ ਆਪਦੇ ਘਰ ਚਲੇ ਜਾਂਦੇ, ਇਹਨੂੰ ਛੱਡਾਂਗੇ ਅਤੇ ਸਿੱਧਾ ਹੀ ਆਪਦੇ ਘਰ ਚਲੇ ਜਾਵਾਂਗੇ। ਅਤੇ ਜੇ ਅਸੀਂ ਘਰ ਦੇਖਿਆ ਨਹੀਂ, ਫਿਰ ਧਿਆਨ ਇੱਧਰ ਨੂੰ ਹੁੰਦਾ ਵਾਪਸ ਵੀ ਸਾਤੋਂ ਮਗਰੋਂ ਸਾਡੇ ਪਰਿਵਾਰ ਦਾ ਕੀ ਹੋਊ, ਸਾਡੇ ਬੱਚਿਆਂ ਦਾ ਕੀ ਹੋਊ, ਮੇਰੇ ਬਿਨਾਂ ਤਾਂ ਇਹ ਸਾਰਦਾ ਹੀ ਨਹੀਂ, ਇਹਨਾਂ ਦਾ ਕੀ ਬਣੂ। ਉਹ ਜਦੋਂ ਧਿਆਨ ਸਾਡਾ ਇੱਧਰ ਨੂੰ ਅਤੇ ਅਸੀਂ ਫਿਰ ਵਾਪਸ ਮੁੜ ਆਵਾਂਗੇ ਇੱਧਰ ਸੰਸਾਰ 'ਚ, ਕਿਉਂਕਿ ਆਪਦਾ ਘਰ ਦੇਖਿਆ ਨਹੀਂ। ਧਿਆਨ ਉੱਧਰ ਨੂੰ ਨਹੀਂ, ਆਪਦੇ ਘਰ ਵੱਲ ਨੂੰ, ਕਿਉਂਕਿ ਉਹ ਘਰ ਤਾਂ ਦੇਖਿਆ ਹੀ ਨਹੀਂ, ਉਹ ਘਰ ਦੇ ਵਿੱਚ ਤਾਂ ਆਉਣ ਜਾਣ ਬਣਾਇਆ ਹੀ ਨਹੀਂ। ਧਿਆਨ ਕਿੱਥੇ, ਇੱਧਰ ਮਾਇਆ ਦੇ ਘਰ ਵੱਲ ਨੂੰ, ਪਛਾਣ ਪਿੱਛੇ ਨੂੰ ਵੀ ਮੇਰੇ ਤੋਂ ਬਾਅਦ 'ਚੋਂ ਸਾਡੇ ਪਰਿਵਾਰ ਦਾ ਕੀ ਬਣੂ। ਅਤੇ ਉਹ ਸਾਡਾ ਧਿਆਨ ਸਾਨੂੰ ਫਿਰ ਵਾਪਸ ਮੋੜ ਲਿਆਏਗਾ, ਫਿਰ ਅਸੀਂ ਜੂਨਾਂ 'ਚ ਆ ਜਾਵਾਂਗੇ ਦੁਬਾਰਾ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਸਤਿਗੁਰੂ ਵੀ ਜੇ ਅਸੀਂ ਆਪਦਾ ਘਰ ਦੇਖਿਆ ਹੋਏਗਾ ਨਾ ਪਹਿਲਾਂ, ਤਾਂ ਸਾਡਾ ਧਿਆਨ ਆਪਦੇ ਘਰ ਵੱਲ ਨੂੰ ਹੁੰਦਾ ਵੀ ਅਸੀਂ ਆਪਦੇ ਘਰ ਜਾਣਾ, ਉੱਥੇ ਤਾਂ ਸੌਖ ਹੀ ਸੁੱਖ, ਆਨੰਦ ਹੀ ਆਨੰਦ। ਫਿਰ ਅਸੀਂ ਖੁਸ਼ੀ ਖੁਸ਼ੀ ਚਾਈਂ ਆਪਦੇ ਘਰ ਜਾਂਦੇ ਵੀ ਅਸੀਂ ਖੇਲ ਨੂੰ ਜਿੱਤ ਕੇ ਜਾ ਰਹੇ ਹਾਂ ਅਤੇ ਆਪਦੇ ਅਸਲ ਘਰ ਜਾ ਰਹੇ ਹਾਂ। ਉਹ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਆ ਆਪਾਂ ਨੂੰ ਵੀ ਜਿੱਥੇ ਮਰ ਕੇ ਜਾਣਾ, ਜਿਉਂਦੇ ਜੀ ਪਹਿਲਾਂ ਉੱਥੇ ਪਹੁੰਚੋ। ਮੋਇਆਂ ਜਿੱਤ ਘਰ ਜਾਈਏ ਤਿਤ ਜੀਵਤਿਆਂ ਮਰ ਮਾਰ, ਵੀ ਜਿੱਥੇ ਮਰ ਕੇ ਜਾਈਦਾ ਜਿਉਂਦੇ ਜੀ ਪਹਿਲਾਂ ਹੀ ਪਹੁੰਚੋ, ਉੱਥੇ ਆਉਣ ਜਾਣ ਬਣਾ ਲਓ। ਹੁਣ ਉੱਥੇ ਅਸੀਂ ਘਰ ਤਾਂ ਜਾ ਸਕਦੇ ਜੇ ਹੁਣ ਅਸੀਂ ਸਿਮਰਨ ਕਰਾਂਗੇ, ਅਭਿਆਸ ਕਰਾਂਗੇ ਅਤੇ ਨਾਲ ਨਾਲ ਗੁਰੂ ਦੀ ਮੱਤ ਲਵਾਂਗੇ, ਆਪਦੀ ਮੱਤ ਛੱਡਾਂਗੇ, ਫਿਰ ਅਸੀਂ ਆਪਦਾ ਉਹ ਘਰ ਦੇਖ ਲਾਂਗੇ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ। ਹੁਣ ਕਿਵੇਂ ਅਸੀਂ ਆਪਦੇ ਘਰ ਜਾਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਸਵਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 Guru
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਆਪਾਂ ਸਿਮਰਨ ਅਭਿਆਸ ਕਰਦੇ ਹੋਏ ਆਪਦੀ ਮੱਤ ਨੂੰ ਛੱਡਣਾ। ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਦੇ ਜਾਵਾਂਗੇ, ਸਾਡੀ ਮੱਤ ਜਿਹੜੀ ਇਹ ਖਤਮ ਹੁੰਦੀ ਜਾਏਗੀ। ਇਸ ਵਾਸਤੇ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ, ਤਾਂ ਕਿ ਸਾਡੀ ਮੱਤ ਖਤਮ ਹੋ ਜੇ, ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆ ਜੇ। ਮਹਾਰਾਜ ਇਸ ਲਈ ਫਰਮਾਉਂਦੇ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਵਿਰਾਸ। ਵੀ ਸਦਾ ਹੀ ਤੇ ਆਵੋ, ਸਦਾ ਹੀ ਸਿਮਰਨ ਕਰੋ, ਸਾਸ ਵਿਰਾਸ ਕਰੋ, ਬਹਿੰਦੇ ਉੱਠਦੇ ਸੌਂਦੇ ਜਾਗਦੇ ਕਰੋ। ਹੁਣ ਇਹ ਆਪਾਂ ਫਿਰ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਸਾਡੇ ਹਿਰਦੇ 'ਚ ਵਸਿਆ ਹੋਏਗਾ ਤੇ ਆਪਣੇ ਮੁਖ 'ਚੋਂ ਵਾਹਿਗੁਰੂ ਹੀ ਨਿਕਲਣਾ। ਜਿਹੜੀ ਚੀਜ਼ ਸਾਡੇ ਅੰਦਰ ਵਸੀ ਹੁੰਦੀ ਉਹ ਮੁਖ ਰਾਹੀਂ ਆਪਣੇ ਬਾਹਰ ਨਿਕਲਦੀ। ਜਿਵੇਂ ਆਪਣੇ ਮਨ ਦੇ ਵਿੱਚ ਮਾਂ ਵਸੀ ਹੁੰਦੀ, ਕਈ ਵਾਰ ਬੱਚੇ ਨੂੰ ਠੋਕਰ ਲੱਗਦੀ ਜਾਂ ਡਿੱਗਦਾ, ਉਹਦੇ ਮੂੰਹ 'ਚੋਂ ਨਿਕਲਦਾ ਹਾਏ ਮਾਂ। ਬਈ ਮਤਲਬ ਉਹਦੇ ਮਨ 'ਚ ਉਹ ਚੀਜ਼ ਵਸੀ ਹੋਈ ਹੈ, ਜਿਹਦੀ ਵਸੀ ਆ ਉਹ ਮੁਖ ਰਾਹੀਂ ਬਾਹਰ ਨਿਕਲਦੀ। ਜੇ ਹੁਣ ਆਪਣੇ ਮਨ 'ਚ ਵਾਹਿਗੁਰੂ ਵਸਿਆ ਹੋਏਗਾ, ਸਾਨੂੰ ਮਾੜੀ ਜਿਹੀ ਕੋਈ ਤਕਲੀਫ ਵੀ ਹੋਏਗੀ, ਸਾਡੇ ਮੁਖ 'ਚੋਂ ਨਿਕਲੇਗਾ ਵਾਹਿਗੁਰੂ। ਜਦੋਂ ਵਾਹਿਗੁਰੂ ਆਖਾਂਗੇ ਤੇ ਵਾਹਿਗੁਰੂ ਉਦੋਂ ਹੀ ਸਾਡੇ ਸਾਹਮਣੇ ਆ ਜਾਣਾ। ਕਿਉਂਕਿ ਮਾਂ ਤਾਂ ਦੂਰ ਹੈ ਨਾ, ਖਬਰ ਕਿੱਥੇ ਆ, ਉਹ ਸਾਡੇ ਮੂਹਰੇ ਆਵੇ ਕਿ ਨਾ ਆਵੇ। ਸਾਡਾ ਜਿਹੜਾ ਅਸਲੀ ਮਾਂ ਪਿਓ ਉਹ ਤਾਂ ਹਰ ਸਮੇਂ ਹਾਜ਼ਰ। ਜਿਉਂ ਹੀ ਅਸੀਂ ਉਹਨੂੰ ਚੇਤੇ ਕਰਾਂਗੇ, ਸਾਡੇ ਮੁਖ 'ਚੋਂ ਵਾਹਿਗੁਰੂ ਨਿਕਲੇ ਨਹੀਂ ਤੇ ਉਹ ਪ੍ਰਗਟ ਹੋਏ ਸਾਹਮਣੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ
ਵੀ ਇਹ ਹੁਣ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਵੀ ਤਾਂ ਕਿ ਸਾਡੇ ਮਨ 'ਚ ਵਸ ਜੀ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ ਵੀ ਤਾਂ ਕਿ ਆਪਣਾ ਮਨ ਪਾਸੇ ਨਾ ਜਾਵੇ। ਜੇ ਪਾਸੇ ਨਹੀਂ ਜਾਏਗਾ ਤੇ ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ ਤੇ ਸਾਡਾ ਮਨ ਧੁੱਤਾ ਜਾਏਗਾ। ਮਹਾਰਾਜ ਇਸ ਲਈ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਵੀ ਸਾਰੀ ਗੁਰਬਾਣੀ ਅੰਮ੍ਰਿਤਮਈ ਹੈ ਤੇ ਸਾਡੇ ਮਨ ਨੂੰ ਧੋ ਦਿੰਦੀ। ਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਵੀ ਤਾਂ ਕਿ ਜੋ ਸਤਿਗੁਰੂ ਆਪਾਂ ਨੂੰ ਗਿਆਨ ਦੇ ਰਹੇ ਇਹ ਗਿਆਨ ਆਪਾਂ ਨੂੰ ਦ੍ਰਿੜ ਹੋ ਜੇ, ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ। ਵੀ ਇਹ ਨਾ ਹੋਵੇ ਇੱਥੇ ਆਪਾਂ ਬਾਹਰ ਇੱਥੇ ਸੁਣੀਏ ਤੇ ਬਾਹਰ ਜਾ ਕੇ ਭੁੱਲ ਜੀ। ਵੀ ਇਸੇ ਆਪਾਂ ਨੂੰ ਕਹਿੰਦੇ ਨਿੰਦਿਆ ਨਾ ਕਰੋ ਤੇ ਅਸੀਂ ਬਾਹਰ ਜਾ ਕੇ ਨਿੰਦਿਆ ਸ਼ੁਰੂ ਕਰ ਦਈਏ। ਇਹਦਾ ਮਤਲਬ ਵੀ ਸਾਨੂੰ ਗਿਆਨ ਭੁੱਲ ਗਿਆ ਬਾਹਰ ਜਾ ਕੇ। ਆਪਾਂ ਨੂੰ ਕਹਿੰਦੇ ਵੀ ਦੌਦਾ ਨਾ ਕਰੋ, ਵੈਰ ਵਿਰੋਧ ਨਾ ਕਰੋ। ਜੇ ਅਸੀਂ ਘਰਾਂ 'ਚ ਜਾ ਕੇ ਉਹੀਓ ਫੇਰ ਸ਼ੁਰੂ ਕਰ ਦਿੱਤਾ ਇਹਦਾ ਮਤਲਬ ਸਾਨੂੰ ਗਿਆਨ ਭੁੱਲ ਗਿਆ। ਉਹ ਭੁੱਲਦਾ ਤਾਂ ਵੀ ਸਾਨੂੰ ਦ੍ਰਿੜ ਨਹੀਂ ਹੋਇਆ, ਸਾਡੇ ਹਿਰਦੇ 'ਚ ਵਸਿਆ ਨਹੀਂ, ਤਾਂ ਸਾਨੂੰ ਭੁੱਲ ਗਿਆ। ਜੇ ਸਾਡੇ ਹਿਰਦੇ 'ਚ ਵਸਿਆ ਹੋਏਗਾ ਤੇ ਸਾਨੂੰ ਭੁੱਲੇਗਾ ਨਹੀਂ। ਸਾਡੇ ਅੰਦਰ ਮਾੜਾ ਜਿਹਾ ਕਿਸੇ ਪ੍ਰਥਾਏ ਕੋਈ ਵੈਰ ਆਏਗਾ ਤੇ ਸਾਨੂੰ ਉਦੋਂ ਹੀ ਗਿਆਨ ਆ ਜਾਏਗਾ ਅੱਗੇ ਸਾਹਮਣੇ। ਜੇ ਅਸੀਂ ਕਿਸੇ ਨਾਲ ਵੈਰ ਕਰਾਂਗੇ ਤੇ ਸਾਨੂੰ ਸਜ਼ਾ ਮਿਲੇਗੀ। ਉਹ ਗਿਆਨ ਸਾਹਮਣੇ ਆ ਜਾਏਗਾ ਤੇ ਉਦੋਂ ਹੀ ਸਾਡੇ ਅੰਦਰੋਂ ਵੈਰ ਖਤਮ ਹੋ ਜੇ। ਇਸ ਵਾਸਤੇ ਫਿਰ ਇਹ ਆਪਾਂ ਸੰਗਤ ਕਰਕੇ ਗਿਆਨ ਨੂੰ ਦ੍ਰਿੜ ਕਰਨਾ ਹੁੰਦਾ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ। ਬਾਕੀ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਨੋਰਥ ਹੈ ਪਰਮਾਤਮਾ ਨੂੰ ਮਿਲਣਾ, ਵਾਹਿਗੁਰੂ ਨੂੰ ਮਿਲਣਾ, ਕਿਵੇਂ ਅਸੀਂ ਮਿਲ ਸਕਦੇ ਹਾਂ। ਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਸਾਰਾ ਭੇਜ ਦਿੱਤਾ ਗੁਰਬਾਣੀ ਗੁਰੂ ਦੁਆਰਾ ਵੀ ਤਾਂ ਕਿ ਅਸੀਂ ਵੱਧ ਤੋਂ ਵੱਧ ਸੰਗਤ ਕਰਕੇ ਸਾਡਾ ਸੁਭਾਅ ਬਦਲੇ, ਸਾਡੇ ਹਿਰਦੇ 'ਚ ਪ੍ਰੇਮ ਪ੍ਰਗਟ ਹੋਵੇ। ਵੀ ਕਿਤੇ ਇਹ ਨਾ ਹੋਵੇ ਜਿਵੇਂ ਆਪਾਂ ਨੂੰ ਉਦਾਹਰਨਾਂ ਦਿੱਤੀਆਂ ਵੀ ਨਿੰਮ ਦੀ, ਵੀ ਉਹਨੂੰ ਜਿੰਨਾ ਮਰਜ਼ੀ ਅੰਮ੍ਰਿਤ ਪਾਈ ਚੱਲੋ ਤੇ ਉਹਦਾ ਸੁਭਾਅ ਹੀ ਨਾ ਬਦਲੇ, ਕੜੱਤਣ ਵਾਲਾ। ਵੀ ਸਾਡੇ ਅੰਦਰੋਂ ਵੈਰ ਵਿਰੋਧ ਈਰਖਾ ਨਫ਼ਰਤ ਜਾਵੇ ਹੀ ਨਾ। ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹੋ ਕਬੀਰੂ ਮਾਂ ਕੋ ਸਹਿਜ ਨਾ ਜਾਈ। ਵੀ ਨਿੰਮ ਨੂੰ ਸਿੰਚਿਆ ਤਾਂ ਬੜਾ, ਪਾ ਪਾ ਕੇ ਅੰਮ੍ਰਿਤ ਮਿੱਠਾ, ਪਰ ਉਹਦਾ ਕੜੱਤਣ ਨਾ ਗਈ ਅੰਦਰ। ਵੀ ਉਹ ਇਸੇ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਡਾ ਜਿਹੜਾ ਮਨ ਉਹ ਬਦਲੇ, ਸਾਡਾ ਅੰਦਰ ਬਦਲੇ। ਉਹ ਤਾਂ ਹੀ ਹੋਏਗਾ ਹੁਣ ਜੇ ਆਪਾਂ ਵੱਧ ਤੋਂ ਵੱਧ ਸੰਗਤ ਕਰਾਂਗੇ ਤੇ ਇਹਦੇ 'ਤੇ ਅਮਲ ਕਰਾਂਗੇ। ਜੋ ਗੁਰਬਾਣੀ ਗੁਰੂ ਕਹਿ ਰਹੇ ਉਹਨੂੰ ਹਿਰਦੇ 'ਚ ਵਸਾਵਾਂਗੇ, ਉਹਨੂੰ ਅਮਲ ਕਰਦੇ ਹੋ ਤੇ ਚੱਲਾਂਗੇ ਤੇ ਫਿਰ ਸਾਡਾ ਹਿਰਦਾ ਸ਼ੁੱਧ ਹੋਏਗਾ। ਫਿਰ ਸਾਡੇ ਅੰਦਰ ਪ੍ਰੇਮਾ ਭਗਤੀ ਪ੍ਰਗਟ ਹੋਏਗੀ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।